ਇਹ ਗੰਡਾਸੇ ਵਾਲੀ ਗੱਲ ਆ ਜਿਹੜੀ ਉਹ ਦੁਬਾਰਾ ਹੁਣ ਲੋਕ ਬਹੁਤ ਸੁਣਦੇ ਕੀ ਕਿਹਾ ਸੀਗਾ ਪ੍ਰੋਪਰ ਕੀ ਗੱਲ ਹੋਈ ਸੀਗਾ। ਮੈਂ ਖੜਾ ਹੋ ਕੇ ਇੱਕ ਗੇਟ ਸੀ ਜਿੱਥੋਂ ਨਿਕਲਣਾ ਸੀ ਬਾਹਰ, ਉਹ ਗੇਟ ਨੂੰ ਮੈਂ ਕੁੰਡੀ ਲਾ ਕੇ ਕਿਹਾ ਭਈ ਚੇਅਰਮੈਨ ਸਾਹਿਬ ਮੇਰੇ ਵੱਲ ਧਿਆਨ ਦਿਓ, ਗੱਲ ਕਰੋ ਸਿੱਧੀ, ਮੈਂ ਨਹੀਂ ਇੱਥੋਂ ਨਿਕਲਣ ਦਿੰਦਾ ਜਿੰਨੀ ਦੇਰ ਤੱਕ ਸਾਡੀ ਗੱਲ ਨਹੀਂ ਸੁਣਦੇ। ਜੇ ਤੁਸੀਂ ਇਹ ਕੰਮ ਕੀਤਾ, ਅਸੀਂ ਜਿਹੜੇ ਪੰਜਾਬ ਔਰ ਹਰਿਆਣੇ ਵਾਲਿਆਂ ਸਾਡਾ ਸੁਭਾਅ ਇੱਕ ਹੈ, ਕਲਚਰ ਇੱਕ ਹੈ, ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਹਾਂ, ਧਰਤੀ ਨਾਲ ਜੁੜੇ ਲੋਕ ਹਾਂ, ਧਰਤੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਇਸ ਕਰਕੇ ਜੇ ਤੁਸੀਂ ਇਹ ਕੀਤਾ ਤਾਂ ਯਾਦ ਰੱਖਿਓ ਜਿਹਦੇ ਕੋਲ 2 ਏਕੜ ਜ਼ਮੀਨ ਹੈ ਉਹਦੇ ਵੀ, ਜਿਹਦੇ ਕੋਲ 20 ਏਕੜ ਆ ਉਹਦੇ ਵੀ ਮੋਢੇ ਤੇ ਗੰਡਾਸਾ ਹੋਊ, ਤੁਹਾਤੇ ਸੰਭਾਲਿਆ ਨਹੀਂ ਜਾਣਾ। ਇੱਕ ਤਰ੍ਹਾਂ ਦਾ ਸਨਾਟਾ 'ਚ ਆ ਗਿਆ। ਉੱਥੋਂ ਹੀ ਭੁੰਦੜ ਸਾਹਿਬ ਬੈਠੇ ਸੀਗੇ ਵਿੱਚ ਅਕਾਲੀ ਦਲ ਵੱਲੋਂ, ਕਹਿੰਦੇ ਮੈਨੂੰ ਪਿੰਡੀ ਲਾਓ, ਪਰ ਮੈਨੂੰ ਨਹੀਂ ਅੱਜ ਤਾਈਂ ਲੱਭੇ ਕਿੱਥੋਂ ਫੜ ਕੇ ਉਹਨਾਂ ਨੂੰ ਪਿੰਡੀ ਲਾਈ, ਉਹ ਗਾਇਬ ਹੋ ਗਏ। ਤੁਸੀਂ ਬੜੇ ਡਿੱਗ ਸੀ, ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਸਬਰ ਰੱਖੋ, ਜ਼ਬਰ ਦਾ ਮੁਕਾਬਲਾ ਸਬਰ ਨਾ ਕਰੋ, ਸਰਕਾਰ ਝੁਕੇਗੀ। ਅੱਜ ਤੁਹਾਨੂੰ ਕਿਵੇਂ ਲੱਗ ਰਿਹਾ? ਜਿਹੜਾ ਬਹੁਤ ਸਖਤ ਹੋਵੇ ਉਹਦੇ 'ਚ ਲਚਕ ਨਹੀਂ ਹੁੰਦੀ, ਉਹ ਟੁੱਟ ਜਾਂਦਾ ਹੁੰਦਾ। ਪ੍ਰਧਾਨ ਮੰਤਰੀ ਟੁੱਟਿਆ ਵੀ ਇੰਨਾ ਤੜਕ ਵੀ ਫਿਰ ਮਾਫੀ ਵੀ ਮੰਗੀ। ਇਹ ਸਾਬਤ ਹੋ ਗਿਆ ਵੀ ਲੋਕ ਵੱਡੇ ਹੁੰਦੇ ਨੇ ਡੈਮੋਕ੍ਰੇਸੀ 'ਚ ਤੇ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ। ਜਿੱਦਣ ਆਏ ਸੀ ਤੇ ਜਦੋਂ ਜਾ ਰਹੇ ਹੋਗੇ, ਇਹ 2 ਦਿਨਾਂ ਨੂੰ ਕਿਵੇਂ ਇਮੇਜਿਨ ਕਰਦੇ ਹੋ? ਜਿੱਦਣ ਆਏ ਸੀ ਉਦੋਂ ਚਿੰਤਾਵਾਂ ਸੀ ਚਿਹਰੇ ਤੇ ਅੰਦਰ। ਸਭ ਤੋਂ ਵੱਡੀ ਚਿੰਤਾ ਇਹ ਸੀ ਵੀ ਇਹਨੂੰ ਸ਼ਾਂਤਮਈ ਰੱਖ ਸਕਾਂਗੇ, ਇਹ ਸਭ ਤੋਂ ਵੱਡੀ ਚਿੰਤਾ ਸੀ। ਰਾਜਨੀਤੀ 2022 ਤੁਹਾਡੀ ਅਗਲੀ ਰਣਨੀਤੀ ਸਾਰਿਆਂ ਦੀ ਕੀ ਹੋਏਗੀ? ਤੁਸੀਂ ਕਿਹਾ ਸੀ ਅੰਦੋਲਨ ਨੂੰ ਖਤਮ ਹੋ ਜਾਣ ਦੇ, ਜੋ ਮਰਜ਼ੀ ਪੁੱਛ ਲਿਓ। ਅੰਦੋਲਨ ਖਤਮ ਹੋ ਗਿਆ, ਕੀ ਕਹਿਣਾ ਚਾਹੁੰਦੇ ਨੇ ਰਾਜੇਵਾਲ ਸਾਹਿਬ? ਥੋੜਾ ਰਿਲੈਕਸ ਕਰ ਲੈਣ ਦਿਓ, ਥੋੜਾ ਜਿਹਾ ਹੋਰ ਰਿਲੈਕਸ ਹੋ ਲੈਣ ਦਿਓ। ਲੀਡਰ ਬਣ ਗਏ ਤੁਸੀਂ ਪੂਰੇ ਪੋਲੀਟੀਕਲ, ਜਿਹੜੇ ਮੇਨ ਸਟ੍ਰੀਮ ਪੋਲੀਟੀਕਲ ਲੀਡਰ ਹੁੰਦੇ ਆ ਨਾ, ਇਹ ਉਹਨਾਂ ਦੀ ਸਟੇਟਮੈਂਟ ਆ। ਇਹ ਸਾਨੂੰ ਦਿੰਦੇ ਨੇ ਕਾਂਗਰਸੀ ਅਕਾਲੀ, ਇਹੋ ਜਿਹੇ ਜਵਾਬ ਦਿੰਦੇ ਨੇ ਜਿਹੜਾ ਤੁਸੀਂ ਦਿੱਤਾ ਅੱਜ। ਵਾਰ-ਵਾਰ ਫੋਨ ਰਾਜੇਵਾਲ ਸਾਹਿਬ ਸਾਨੂੰ ਵੀ ਆ ਰਹੇ ਲਖੀਮਪੁਰ ਵਾਲੇ ਕਿਸਾਨਾਂ ਦੇ, ਉਹਨਾਂ ਨੂੰ ਡਰ ਲੱਗਦਾਗਾ ਕਿ ਮੰਤਰੀ ਤਾਂ ਉਸੇ ਪੋਜੀਸ਼ਨ ਤੇ ਆ, ਹੁਣ ਸਾਨੂੰ ਕਿਤੇ ਅੰਦੋਲਨ ਖਤਮ ਹੋ ਗਿਆ ਸਾਨੂੰ ਟਾਰਗੇਟ ਨਾ ਕਰਨ। ਜ਼ਰੂਰ ਉਹਨਾਂ ਬਾਰੇ 4 ਸ਼ਬਦ। ਡਟ ਕੇ ਖੜਾਂਗੇ, ਸਾਰੇ ਖੜਾਂਗੇ, ਇਹਦੇ 'ਚ ਕੋਈ ਭੁਲੇਖਾ ਨਹੀਂ, ਕੋਈ ਦੋ ਰਾਹਾਂ ਨਹੀਂ। ਲਖੀਮਪੁਰ ਵਾਲੇ ਇਕੱਲੇ ਨਹੀਂ, ਨਾ ਅਸੀਂ ਉਹਨਾਂ ਨੂੰ ਇਕੱਲੇ ਕਦੇ ਛੱਡਾਂਗੇ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਨਾਲ, ਪਿੱਛੋਂ ਵਾਰ ਖੰਡੇ ਨਾਲ। ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ। ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਅਗਵਾਈ ਰਹੀ ਹੈ, ਯੋਗ ਅਗਵਾਈ। ਸਾਡੇ ਨਾਲ ਨੇ ਰਾਜੇਵਾਲ ਹੋਰੀ, ਔਰ ਖਾਸ ਤੌਰ ਤੇ ਇਲਾਕਾ ਕਿਹੜਾ? ਇਹ ਇਲਾਕਾ ਉਹ ਆ ਜਿਹਦੇ 'ਚ 1670 'ਚ ਸਤਨਾਮੀਆਂ ਦੀ ਬਗਾਵਤ ਹੁੰਦੀ ਹੈ। ਇਹ ਇਲਾਕਾ ਉਹ ਆ ਜਿਹਦੇ ਜ਼ਰੀਏ ਮਹਾਰਾਸ਼ਟਰ ਤੋਂ ਰਾਜਸਥਾਨ ਆਉਂਦੇ ਬਾਬਾ ਬੰਦਾ ਸਿੰਘ ਬਹਾਦਰ ਲੰਘਦੇ ਨੇ ਤੇ ਲੋਕ ਸਾਥ ਦਿੰਦੇ ਨੇ। ਇਹ ਇਲਾਕਾ ਉਹ ਆ ਜਿੱਥੇ ਗਦਰ ਲਹਿਰ ਦੇ ਟਾਈਮ ਸਭ ਤੋਂ ਵੱਡੀ ਬਗਾਵਤ ਹੋਈ ਸੀ। ਉਸੇ ਇਲਾਕੇ 'ਚ, ਉਸੇ ਸਿੰਘੂ ਦੇ ਇਲਾਕੇ 'ਚ, ਹਰਿਆਣੇ ਦੇ ਇਲਾਕੇ 'ਚ, ਪੰਜਾਬ ਦੇ ਇਲਾਕੇ 'ਚ ਦਿੱਲੀ ਨੂੰ ਦੁਬਾਰਾ ਘੇਰਿਆ ਗਿਆ ਤੇ ਦਿੱਲੀ ਨੇ ਹਾਰ ਮੰਨੀ। ਰਾਜੇਵਾਲ ਹੋਰੀ ਸਾਡੇ ਨਾਲ ਨੇ, ਗੱਲਬਾਤ ਸ਼ੁਰੂ ਕਰਦੇ ਹਾਂ। ਰਾਜੇਵਾਲ ਸਾਹਿਬ, ਇਤਿਹਾਸ ਸਾਡੇ, ਜਿਵੇਂ ਮੈਂ ਕਿਹਾ 1670 'ਚ ਸਤਨਾਮੀਆਂ ਦੀ ਬਗਾਵਤ, ਗਦਰ 1857 ਦਾ, ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਇਸੇ ਇਲਾਕੇ 'ਚੋਂ ਸਭ ਤੋਂ ਵੱਧ ਲੋਕਾਂ ਨੂੰ ਯੂਨਾਈਟ ਕੀਤਾ ਸੀਗਾ। ਕਿਵੇਂ ਦੇਖਦੇ ਹੋ ਇਤਿਹਾਸ ਦੇ ਹਵਾਲਿਆਂ ਨਾਲ ਇਸ ਜਿੱਤ ਨੂੰ? ਇਸ ਤਰ੍ਹਾਂ ਵੀ ਕਈ ਵਾਰੀ ਦੁਨਿਆਵੀ ਲੋਕ, ਖਾਸ ਤੌਰ ਤੇ ਸਰਕਾਰਾਂ, ਇਤਿਹਾਸ ਨੂੰ ਜਦੋਂ ਭੁੱਲ ਜਾਂਦੀਆਂ ਫਿਰ ਆਪ ਹੁਦਰੀਆਂ ਹੋ ਜਾਂਦੀਆਂ, ਤੇ ਕੁਦਰਤ ਫਿਰ ਇਤਿਹਾਸ ਨੂੰ ਦੁਹਰਾਉਣ ਵਾਸਤੇ ਉਹ ਆਪਣੇ ਆਪ ਹੀ ਉਤਾਣਾ ਵਾਣਾ ਬੁਣਦੀ ਹੈ। ਬੁੱਧੀ ਭ੍ਰਿਸ਼ਟ ਹੋਈ ਮੋਦੀ ਸਰਕਾਰ ਦੀ, ਉਹਨਾਂ ਨੇ 3 ਕਾਲੇ ਕਾਨੂੰਨ ਬਣਾਤੇ ਤੇ ਉਹਨਾਂ ਕਾਨੂੰਨਾਂ ਨੇ ਸਾਰਾ ਇਤਿਹਾਸ ਦੁਹਰਾਤਾ। ਕੀ ਲੱਗਦਾ ਤੁਹਾਨੂੰ, ਜਦੋਂ ਪਹਿਲੇ ਦਿਨ ਆਏ ਸੀ ਤੇ ਜਦੋਂ ਅੱਜੋਂ ਇਹ ਪੂਰੇ ਵਕਫੇ ਦੇ ਅੰਦਰ ਕਿੰਨੀ ਵਾਰ ਤੁਹਾਨੂੰ ਲੱਗਿਆ ਤੁਸੀਂ ਬੜੇ ਡਿੱਗ ਸੀ, ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਸਬਰ ਰੱਖੋ, ਜ਼ਬਰ ਦਾ ਮੁਕਾਬਲਾ ਸਬਰ ਨਾ ਕਰੋ, ਸਰਕਾਰ ਝੁਕੇਗੀ। ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਹੈਗਾ? ਮੈਂ ਦੇਖੋ, ਜਦੋਂ ਤੁਸੀਂ ਦਰੁਸਤ ਹੋਵੋ, ਕਿਸੇ ਠੀਕ ਗੱਲ ਉੱਤੇ ਲੜਦੇ ਹੋਵੋ ਤਾਂ ਸਮਾਂ ਲੱਗ ਸਕਦਾ। ਜਿੱਤ ਤੁਹਾਡੀ ਯਕੀਨੀ ਹੁੰਦੀ ਹੈ ਜੇ ਤੁਹਾਡੀ ਜਿਹੜਾ ਤੁਹਾਡਾ ਮਸਲਾ ਹੈ ਜਾਂ ਤੁਹਾਡੀ ਸੋਚ ਹੈ ਉਹਦੇ ਵਿੱਚ ਕਿਤੇ ਖੋਟ ਹੈ ਤੇ ਲਾਜ਼ਮੀ ਤੌਰ ਤੇ ਤੁਸੀਂ ਉਖੜ ਜਾਓਗੇ। ਤੇ ਮੈਨੂੰ ਪਹਿਲੇ ਦਿਨ ਤੋਂ ਪਤਾ ਸੀ ਵੀ ਸਰਕਾਰ ਨੇ ਜਦੋਂ ਇਹ ਆਰਡੀਨੈਂਸ ਕੀਤੇ ਤੇ ਇਹ ਆਰਡੀਨੈਂਸ ਕੀਤੇ ਗਲਤ, ਗੈਰ ਕਾਨੂੰਨੀ ਨੇ, ਗੈਰ ਸੰਵਿਧਾਨਕ ਨੇ ਤੇ ਇਹ ਠੀਕ ਨਹੀਂ ਸਕਦੇ। ਸਾਡੀ ਇੱਕ ਮਜਬੂਰੀ ਸੀ ਵੀ ਅਸੀਂ ਕੋਰਟ 'ਚ ਨਹੀਂ ਸੀ ਜਾ ਸਕਦੇ, ਕਿਉਂਕਿ ਕੋਰਟਾਂ ਵੀ ਮੋਦੀ ਨੇ ਹਥਿਆ ਲਈਆਂ, ਆਪਣੇ ਕਬਜ਼ੇ 'ਚ ਕਰ ਲਈਆਂ ਤੇ
ਅਦਰਵਾਈਜ਼ ਚਾਹੀਦਾ ਤਾਂ ਇਹ ਸੀਗਾ ਵੀ ਸੁਪਰੀਮ ਕੋਰਟ ਸੂਓ ਮੋਟੋ ਨੋਟਿਸ ਲੈਂਦੀ। ਇਹ ਅਨਕਨਸਟੀਟਿਊਸ਼ਨਲ ਸੀ, ਸਟੇਟ ਸਬਜੈਕਟ ਸੀ, ਤੇ ਮਾਰਕੀਟਿੰਗ ਵੀ ਸਟੇਟ ਸਬਜੈਕਟ ਸੀ, ਸੁਪਰੀਮ ਕੋਰਟ ਰੱਦ ਕਰ ਦਿੰਦੀ। ਪਰ ਸੁਪਰੀਮ ਕੋਰਟ ਨੇ ਇਸ ਪਾਸੇ ਮੂੰਹ ਵੀ ਨਹੀਂ ਖੋਲਿਆ, तो सानू अंदोलन करना पाया। और जदों इत्थे आए बड़ा वड्डा मिथ के आए सी भी लंबा लंबा चलेगा अंदोलन, ये अंदोलन एडा सौखा नहीं। और फिर उस वेले जदों प्रधानमंत्री की छवि ये होवे भी वो पिछे मुड़दा ही नहीं, ਉਹਦਾ 56 ਇੰਚ ਦਾ ਸੀਨਾ है, ਉਹ जी मोदी है तो मुमकिन है। ਜਦੋਂ ਇਦਾਂ ਦੀਆਂ ਧਾਰਨਾਵਾਂ ਬਣੀਆਂ ਹੁਣ ਵੀ ਜੋ ਉਹਨੇ ਕਹਿ ਦਿੱਤਾ ਤਾਂ ਫਾਈਨਲ ਹੈ, ਤੇ ਫਿਰ ਮੋਰਚਾ ਤਾਂ ਲੰਬਾ ਹੋਣਾ ਲਾਜ਼ਮੀ ਹੈ ਨਾ। ਤੇ ਅਖੀਰ ਜੋ ਕੁਦਰਤ ਦਾ ਨਿਯਮ ਹੈ ਜਿਹੜਾ ਬਹੁਤ ਸਖਤ ਹੋਵੇ ਉਹਦੇ ਚ ਲਚਕ ਨਹੀਂ ਹੁੰਦੀ, ਉਹ ਟੁੱਟ ਜਾਂਦਾ ਹੁੰਦਾ। ਪ੍ਰਧਾਨ ਮੰਤਰੀ ਟੁੱਟਿਆ ਵੀ ਇੰਨਾ ਤੜਕ ਵੀ ਫਿਰ ਮਾਫੀ ਵੀ ਮੰਗੀ ਲੋਕਾਂ ਦੇ ਕੋਲੋਂ। ਤੇ ਹਾਲੇ ਵੀ ਵੱਲ ਤਾਂ ਹਾਲੇ ਵੀ ਹੈਗਾ, ਉਹ ਜਿਵੇਂ ਸੱਪ ਨੂੰ ਜਦੋਂ ਮਾਰੀ ਦੇ ਨਾ ਵਿਸ ਘੋਲੀ ਜਾਂਦਾ ਬਹੁਤ ਦੇਰ, ਹੁਣ ਪਤਾ ਨਹੀਂ ਕੀ ਵਿਸ ਘੋਲਦੇ ਨੇ। ਪਰ ਲੋਕ ਇਹ ਸਾਬਤ ਹੋ ਗਿਆ ਵੀ ਲੋਕ ਵੱਡੇ ਹੁੰਦੇ ਨੇ ਡੈਮੋਕ੍ਰੇਸੀ 'ਚ, ਤੇ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ। ਜਿੱਦਣ ਆਏ ਸੀ ਤੇ ਜਦੋਂ ਜਾ ਰਹੇ ਹੋਗੇ, ਇਹ 2 ਦਿਨਾਂ ਨੂੰ ਕਿਵੇਂ ਇਮੇਜਿਨ ਕਰਦੇ ਹੋਗੇ? ਜਿੱਦਣ ਆ ਰਹੇ ਸੀਗੇ ਮੈਂ ਬਹੁਤ ਸਾਰੇ ਉਹਦੇ ਤੁਹਾਡੇ ਵੀਡੀਓ ਵੀ ਦੇਖਿਆ, ਗੱਲਬਾਤ ਵੀ ਹੁੰਦੀ ਰਹੀ, ਤੇ ਅੱਜ ਜਾ ਰਹੇ ਹੋਗੇ। ਦੇਖੋ ਜਿੱਦਣ ਆਏ ਸੀ ਉਦਣ ਚਿੰਤਾਵਾਂ ਸੀ ਚਿਹਰੇ ਤੇ, ਅੰਦਰ ਮਨ 'ਚ ਬਹੁਤ ਤੁੜਕੂ ਸੀ, ਕਿਸ ਤਰ੍ਹਾਂ ਸ਼ਾਂਤੀ ਵੀ ਰਹੂ, ਸ਼ਾਂਤੀ ਨਾਲ ਸਿਰੇ ਵੀ ਲੱਗੂ। ਇਹ ਸਾਰੀ ਸਭ ਤੋਂ ਵੱਡੀ ਚਿੰਤਾ ਇਹ ਸੀ ਵੀ ਇਹਨੂੰ ਸ਼ਾਂਤਮਈ ਰੱਖ ਸਕਾਂਗੇ, ਇਹ ਸਭ ਤੋਂ ਵੱਡੀ ਚਿੰਤਾ ਸੀ। ਔਰ ਮੈਂ ਇੱਥੇ ਕਹਿੰਦਾ ਰਿਹਾ ਵੀ ਸਾਰੇ ਆਪਣੇ ਭਰਾਵਾਂ ਨੂੰ, ਕਿਸਾਨੋ, ਜੇ ਸ਼ਾਂਤ ਰਹੋਗੇ ਤਾਂ ਤੁਸੀਂ ਜਿੱਤੋਗੇ, ਜੇ ਹਿੰਸਕ ਹੋ ਗਏ ਤਾਂ ਮੋਦੀ ਜਿੱਤੇਗਾ। ਮੇਰੇ ਇਸ ਫਾਰਮੂਲੇ ਨੂੰ ਉਹਨਾਂ ਨੇ ਅਪਣਾ ਲਿਆ। ਤੇ ਮੈਨੂੰ ਹਰਿਆਣੇ ਵਾਲੇ ਇੱਕ ਵਾਰੀ ਕਹਿੰਦੇ ਆ, ਥੋੜੇ ਦਿਨ ਹੋਏ, ਉਹ ਕਹਿੰਦੇ ਪ੍ਰਧਾਨ ਜੀ ਅਸੀਂ ਬੜੇ ਗਰਮ ਲੋਕ ਹਾਂ, ਕਹਿੰਦੇ ਜਦੋਂ ਸਾਨੂੰ ਗੁੱਸਾ ਆਉਂਦਾ ਸੀ ਫਿਰ ਤੁਹਾਡੀ ਗੱਲ ਯਾਦ ਆ ਜਾਂਦੀ ਸੀ, ਠੰਡੇ ਹੋ ਜਾਂਦੇ ਸੀ। ਕਹਿੰਦੇ ਨਹੀਂ ਅਸੀਂ ਤਾਂ ਕਦਾ ਚੱਕ ਕੇ ਹੇਠਲੀ ਉੱਤੇ ਲਿਆ ਦੇਣੀ ਸੀ। ਤੋ ਲੋਕ ਸ਼ਾਂਤ ਰਹੇ। ਇੱਕ ਤਾਂ ਜਦੋਂ ਆਏ ਉਦੋਂ ਇਹ ਬਹੁਤ ਚਿੰਤਾ ਸੀ ਵੀ ਸਾਡੇ ਪਰਿਵਾਰ ਦਾ ਜਿੱਦਾਂ ਦਾ ਸੁਭਾਅ ਹੈ ਕਿ ਅਸੀਂ ਇਹਨੂੰ ਸ਼ਾਂਤਮਈ ਰੱਖ ਸਕਾਂਗੇ ਔਰ ਕਿੰਨੀ ਦੇਰ ਰੱਖ ਸਕਾਂਗੇ, ਇਹ ਵੀ ਸਵਾਲ ਸੀ। ਤੇ ਵਾਹਿਗੁਰੂ ਦੀ ਕਿਰਪਾ ਰਹੀ, ਉਹ ਸਾਰਿਆਂ ਦੇ ਮਨ 'ਚ ਵਸਿਆ ਤੇ ਸਾਰੇ ਸ਼ਾਂਤ ਰਹੇ, ਸ਼ਾਂਤੀ ਨਾਲ ਅੰਦੋਲਨ ਜਿੱਤ ਲਿਆ। ਅੱਜ ਹੁਣ ਪੂਰੇ ਰਿਲੈਕਸਡ ਆ, ਜਾ ਰਹੇ ਹਾਂ ਘਰ ਨੂੰ। ਘਰ ਵਾਪਸੀ ਦਾ ਅਲੱਗ ਹੀ ਇੱਕ ਮਨ ਦੇ ਵਿੱਚ ਸਕੂਨ ਹੁੰਦਾ ਹੈ। ਸਾਡੇ ਯਾਦ ਆ, ਮੇਰੇ ਵੀ ਯਾਦ ਆ ਕਿ ਪਹਿਲਾ ਆਰਟੀਕਲ ਤੁਸੀਂ ਲਿਖਿਆ ਸੀਗਾ ਅਖਬਾਰ 'ਚ। ਮੇਰੇ ਵੀ ਯਾਦ ਆ ਕਿ ਤੁਸੀਂ ਮੈਨੂੰ ਪਰਸਨਲੀ ਕਾਲ ਕੀਤੀ ਸੀ, ਮੈਂ ਇੱਕ ਟੀਵੀ ਚੈਨਲ ਤੇ ਸ਼ੋਅ ਕਰਦਾ ਹੁੰਦਾ ਸੀ ਸ਼ਾਮ ਦਾ। ਤੁਸੀਂ ਕਿਹਾ ਇਸ਼ੂ ਬੜਾ ਇੰਪੋਰਟੈਂਟ ਆ ਯਾਦਵਿੰਦਰ, ਇਹਨੂੰ ਰੇਜ਼ ਕਰੋ। ਉਸ ਤੋਂ ਬਾਅਦ ਆਪਾਂ ਇਸ਼ੂ ਲਿਆਉਣ ਲੱਗੇ, ਸਾਰੇ ਤੁਸੀਂ ਲਿਖਣ ਲੱਗੇ। ਸਭ ਤੋਂ ਪਹਿਲਾ ਆਰਟੀਕਲ ਤੁਸੀਂ ਲਿਖਿਆ ਸੀਗਾ। ਫਿਰ ਤੁਸੀਂ ਕਿਹਾ ਸੀ ਇੱਕ ਮੀਟਿੰਗ 'ਚ ਮੈਂ ਸਮਝਾਇਆ ਜਾ ਕੇ ਗੰਡਾਸਿਆਂ ਵਾਲੀ ਗੱਲ ਆ ਜਿਹੜੀ, ਉਹ ਦੁਬਾਰਾ ਹੁਣ ਲੋਕ ਬਹੁਤ ਸੁਣਦੇ ਕੀ ਕਿਹਾ ਸੀਗਾ, ਪ੍ਰੋਪਰ ਕੀ ਗੱਲ ਹੋਈ ਸੀਗਾ? ਇਸ ਤਰ੍ਹਾਂ ਸੀ, ਨੀਤੀ ਆਯੋਗ ਨੇ 10 ਅਕਤੂਬਰ 2017 ਨੂੰ ਇੱਕ ਮੀਟਿੰਗ ਸੱਦੀ ਇੱਥੇ। ਮੁੱਦਾ ਇਹ ਸੀ ਵੀ ਖੇਤੀ, ਕਿਹਨੂੰ ਸੱਦਾ ਸੀਗਾ? ਉਹਦੇ ਵਿੱਚ ਮੈਂ ਸੀ, ਪੰਜਾਬ ਵਿੱਚੋਂ, ਉੱਤਰੀ ਭਾਰਤ ਚੋਂ ਮੈਂ ਸੀ, ਜਾਂ ਰਾਮਪਾਲ ਜਾਟ ਸੀ ਰਾਜਸਥਾਨ ਤੋਂ, ਵਿਜੇ ਜਵੰਦੀਆ ਮਹਾਰਾਸ਼ਟਰ ਤੋਂ, ਅਸੀਂ 3 ਸੀ। ਤੇ ਬਾਕੀ ਸਰਕਾਰ ਨੇ ਅਰਥ ਸ਼ਾਸਤਰੀ ਸੱਦੇ ਹੋਏ ਸੀ, ਬਿਊਰੋਕ੍ਰੇਸੀ ਸੀ, ਤੇ ਕੁਛ 1-2 ਲੀਡਰਸ ਵੀ ਸੀਗੇ। ਤੇ ਉੱਥੇ ਮੁੱਦਾ ਇਹ ਸੀ ਭਈ ਖੇਤੀ 'ਚ ਆ ਗਈ ਖੜੋਤ, ਗਰੋਥ ਰੇਟ ਬਹੁਤ ਨੀਵਾਂ ਚਲਾ ਗਿਆ, ਇਹਨੂੰ ਕਿਵੇਂ ਪੈਰਾਂ ਸਿਰ ਕੀਤਾ ਜਾਏ, ਇਸ ਮੁੱਦੇ ਤੇ ਚਰਚਾ ਸੀ। ਬਾਰ-ਬਾਰ ਸ਼ੁਰੂ ਤੋਂ ਹੀ ਚੱਲ ਪਈ ਗੱਲ, ਕਿਉਂਕਿ ਸਟੇਜ ਮੈਨੇਜ ਸੀ ਸਾਰਾ ਪ੍ਰੋਗਰਾਮ ਸਰਕਾਰ ਦਾ। ਪਹਿਲੇ ਹੀ ਜਦੋਂ ਇੱਕ ਅਰਥ ਸ਼ਾਸਤਰੀ ਬੋਲਿਆ, ਉਹਨੇ ਕਿਹਾ ਦੇਖੋ ਜੀ ਇਹਦੇ ਵਾਸਤੇ ਇਨਵੈਸਟਮੈਂਟ ਚਾਹੀਦੀ ਹੈ। ਇਨਵੈਸਟਮੈਂਟ ਕਿਸਾਨ ਦੇ ਪੱਲੇ ਤਾਂ ਧੇਲਾ ਹੈ ਨਹੀਂ, ਉਹ ਤਾਂ ਖੁਦਕੁਸ਼ੀਆਂ ਕਰਦਾ ਕਰਜ਼ੇ 'ਚ ਫਸ ਕੇ। ਇਸ ਕਰਕੇ ਇਨਵੈਸਟਮੈਂਟ ਲੈਣੀ ਹੈ ਤਾਂ ਕਾਰਪੋਰੇਟਸ ਨੂੰ ਰਿਕੁਐਸਟ ਕਰੋ। ਉਹਦੇ ਬਾਅਦ ਇੱਕ ਕਾਰਪੋਰੇਟ ਹਾਊਸ ਦਾ ਨੁਮਾਇੰਦਾ ਬੋਲਿਆ, ਉਹਨੇ ਉਦੋਂ ਹੀ ਤੁਰੰਤ ਕਿਹਾ ਬਈ ਦੇਖੋ ਜੀ ਇਨਵੈਸਟਮੈਂਟ ਕਰਨ ਲਈ ਤਾਂ ਅਸੀਂ ਤਿਆਰ ਹਾਂ, ਜੋ ਵੀ ਆਖੋ ਅਸੀਂ ਕਰ ਦਿਆਂਗੇ, ਪਰ ਸਾਡੀਆਂ ਕੁਝ ਸ਼ਰਤਾਂ ਨੇ। ਸ਼ਰਤ ਇਹ ਹੈ ਵੀ ਸਾਨੂੰ 5-5 ਹਜ਼ਾਰ 7-7 ਹਜ਼ਾਰ ਏਕੜ ਦੇ ਕਲਸਟਰ ਬਣਾ ਕੇ ਦੇ ਦਿਓ, ਤੇ ਜ਼ਮੀਨ ਦਾ ਜਿਹੜਾ ਠੇਕਾ ਉਹ ਸਰਕਾਰ ਤੈਅ ਕਰ ਦੇ, ਅਸੀਂ ਖਜ਼ਾਨੇ ਜਮ੍ਹਾਂ ਕਰਾ ਦਾਂਗੇ, ਸਰਕਾਰ ਜਿਹੜੇ ਕਿਸਾਨ ਦੀ ਜ਼ਮੀਨ ਉਹਨੂੰ ਪੈਸੇ ਦੇ ਦੇ, ਪਰ ਉਹ ਸਾਡੇ ਕੰਮ 'ਚ ਮੁੜ ਕੇ ਦਖਲ ਨਾ ਦੇਵੇ। 50 ਸਾਲ ਵਾਸਤੇ ਸਾਨੂੰ ਜ਼ਮੀਨ ਲੀਜ਼ ਤੇ ਦੇ ਦਿਓ। ਤੇ ਮੈਂ ਸੋਚਿਆ ਵੀ ਇਹ ਤਾਂ ਜ਼ਮੀਨਾਂ ਖੋਹਣ ਦਾ ਮਨਸੂਬਾ ਘੜਿਆ ਗਿਆ। ਤੇ ਸਾਰੇ ਰਾਊਂਡ ਕੰਪਲੀਟ ਹੋਇਆ, ਸਾਡਾ ਨੰਬਰ ਕੱਟਦਾ। ਅਖੀਰ 'ਚ ਫਿਰ ਮੈਂ ਖੜਾ ਹੋ ਕੇ, ਇੱਕ ਗੇਟ ਸੀ ਜਿੱਥੋਂ ਨਿਕਲਣਾ ਸੀ ਬਾਹਰ, ਉਹ ਗੇਟ ਨੂੰ ਮੈਂ ਕੁੰਡੀ ਲਾ ਕੇ ਕਿਹਾ ਭਈ ਚੇਅਰਮੈਨ ਸਾਹਿਬ ਮੇਰੇ ਵੱਲ ਧਿਆਨ ਦਿਓ, ਸਾਨੂੰ ਇੱਥੇ ਹਾਜ਼ਰੀ ਲਾਉਣ ਨੂੰ ਬੁਲਾਇਆ? ਨਹੀਂ ਆਪਕੀ ਬਾਤ ਸੁਣੋਗੇ। ਮੈਂ ਕਿਹਾ ਅੱਧਾ ਘੰਟਾ ਰਹਿ ਗਿਆ, 3 ਬੰਦੇ ਅਸੀਂ, ਕੀ ਅਸੀਂ ਆਪਣੀ ਗੱਲ ਰੱਖਾਂਗੇ? ਤੁਸੀਂ ਸਾਨੂੰ
ਐਵੇਂ ਟਾਲਾ ਨਾ ਲਾਓ, ਗੱਲ ਕਰੋ ਸਿੱਧੀ। ਮੈਂ ਨਹੀਂ ਇੱਥੋਂ ਨਿਕਲਣ ਦਿੰਦਾ ਜਿੰਨੀ ਦੇਰ ਤੱਕ ਸਾਡੀ ਗੱਲ ਨਹੀਂ ਸੁਣਦੇ। ਤੇ ਤੁਸੀਂ ਕੁੱਟ ਕੇ ਤਾਂ ਨਿਕਲ ਸਕਦੇ ਹੋ, ਉਹ ਨਹੀਂ ਨਿਕਲ ਸਕਦੇ। ਜੋ ਤੁਸੀਂ ਮੈਸੇਜ ਦਿੰਦੇ ਹੋ, ਮੈਂ ਆਪਣੇ ਭਾਈਚਾਰੇ ਨੂੰ ਅਲੱਗ ਮੈਸੇਜ ਦੇਣਾ ਵੀ ਤਿਆਰ ਹੋ ਜਾਓ, ਇਹਨਾਂ ਦੀ ਨੀਅਤ ਖਰਾਬ ਹੈ। ਉਹਦੇ ਬਾਅਦ ਉਹਨਾਂ ਨੂੰ ਟਾਈਮ ਵਧਾਉਣਾ ਪਿਆ। ਮੀਟਿੰਗ 1 ਵਜੇ ਖਤਮ ਹੋਣੀ ਸੀ, 3 ਵਜੇ ਖਤਮ ਹੋਈ। ਤੇ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਵੀ ਦੇਖੋ, ਜਿਹੜਾ ਕੁਝ ਤੁਸੀਂ ਕਰਨ ਜਾ ਰਹੇ ਹੋ ਬਹੁਤ ਖਤਰਨਾਕ ਦੌਰ 'ਚ ਸ਼ਾਮਲ ਹੋ ਜਾਓਗੇ। ਤੇ ਤੁਸੀਂ ਇਹ ਦੇਖੋ, ਜੇ ਤੁਸੀਂ ਇਹ ਕੰਮ ਕੀਤਾ, ਅਸੀਂ ਜਿਹੜੇ ਪੰਜਾਬ ਔਰ ਹਰਿਆਣੇ ਵਾਲੇ ਹਾਂ, ਸਾਡਾ ਸੁਭਾਅ ਇੱਕ ਹੈ, ਕਲਚਰ ਇੱਕ ਹੈ। ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਹਾਂ, ਧਰਤੀ ਨਾਲ ਜੁੜੇ ਲੋਕ ਹਾਂ। ਧਰਤੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ। ਇਸ ਕਰਕੇ ਜੇ ਤੁਸੀਂ ਇਹ ਕੀਤਾ ਤਾਂ ਯਾਦ ਰੱਖਿਓ, ਜਿਹਦੇ ਕੋਲ 2 ਏਕੜ ਜ਼ਮੀਨ ਹੈ ਉਹਦੇ ਵੀ, ਜਿਹਦੇ ਕੋਲ 20 ਏਕੜ ਆ ਉਹਦੇ ਵੀ ਮੋਢੇ ਤੇ ਗੰਡਾਸਾ ਹੋਊ, ਤੁਹਾਤੇ ਸੰਭਾਲਿਆ ਨਹੀਂ ਜਾਣਾ। ਇੱਕ ਤਰ੍ਹਾਂ ਦਾ ਸਨਾਟਾ 'ਚ ਆ ਗਿਆ। ਕੋਈ ਉਹਦੇ ਬਾਅਦ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਮੀਟਿੰਗ ਖਤਮ ਹੋਈ, ਮੈਂ ਬਾਹਰ ਆ ਕੇ ਮੀਡੀਆ ਨੂੰ ਕਹਿ ਦਿੱਤਾ ਵੀ ਇਸ ਪਾਸੇ ਤੁਰਨ ਵਾਲੇ ਨੇ। ਉਹ ਤੋਂ ਬਾਅਦ ਫਿਰ ਮੇਰੇ ਦਿਮਾਗ 'ਚ ਇਹ ਗੱਲ ਕਰ ਗਈ ਵੀ ਇਹਨੂੰ ਹੁਣੇ ਤੋਂ ਇਹਨੂੰ ਟੇਕਅਪ ਕਰਨਾ ਚਾਹੀਦਾ। ਮੈਂ ਫਿਰ ਰਿਪੋਰਟਸ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ, ਡਾਕੂਮੈਂਟੇਸ਼ਨ ਕੀਤੀ। ਫਿਰ ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ 17 ਫਰਵਰੀ 2020 ਨੂੰ ਚੰਡੀਗੜ੍ਹ ਸੱਦ ਲਿਆ, ਪਾਰਟੀਆਂ ਦੇ ਮੁਖੀਆਂ ਨੂੰ। ਉਹਨਾਂ ਨੂੰ ਉਹ ਕਾਗਜ਼ ਦਿੱਤੇ ਵੀ ਇਹ ਪੜ੍ਹੋ, ਪੜ੍ਹ ਕੇ ਦੇਖੋ ਤੇ ਫਿਰ ਦੱਸੋ ਤੁਹਾਡਾ ਕੀ ਵਿਚਾਰ ਹੈ, ਕੀ ਕਰਨਾ ਚਾਹੀਦਾ। ਇਹ ਸਾਰੇ ਉੱਤੇ ਸਵਾਲ ਜਵਾਬ ਹੋਏ। ਇੱਕ ਗੱਲ ਬੜੀ ਇੰਟਰਸਟਿੰਗ ਇਹ ਹੋਈ ਵੀ ਸੁਨੀਲ ਜਾਖੜ ਉਦੋਂ ਕਾਂਗਰਸ ਦੇ ਪ੍ਰਧਾਨ ਸੀ। ਉਹਨਾਂ ਨੂੰ ਮੈਂ ਕਿਹਾ ਤੁਹਾਡੀ ਸਰਕਾਰ ਹੈ, ਕਿੰਨਾ ਕੁ ਦਬਾਅ ਹੈ ਸਰਕਾਰ ਦਾ ਤੁਹਾਡੇ ਤੇ? ਉਹ ਸਾਰਿਆਂ ਨੂੰ ਉੱਠ ਕੇ ਕਹਿੰਦੇ ਨੇ, ਪੋਲੀਟੀਕਲ ਲੀਡਰਾਂ ਨੂੰ, ਭਈ ਦੇਖੋ ਆਪਾਂ ਇਹ ਬੰਦਾ ਆਪਾਂ ਨੂੰ ਹਰ ਵਾਰੀ ਬੁਲਾਉਂਦਾ, 6 ਮਹੀਨੇ ਬਾਅਦ ਕਿਸੇ ਸੈਮੀਨਾਰ ਤੇ ਆਪਾਂ ਟਾਲਾ ਬੁੱਤਾ ਲਾ ਕੇ ਚਲੇ ਜਾਂਦੇ ਹਾਂ। ਪਰ ਅੱਜ ਜਿਹੜਾ ਸਵਾਲ ਇਹਨੇ ਬਹੁਤ ਗੰਭੀਰ ਸਵਾਲ ਸਾਡੇ ਸਾਹਮਣੇ ਰੱਖਿਆ। ਮੇਰੀ ਤੁਹਾਨੂੰ ਬੇਨਤੀ ਹੈ ਵੀ ਜੇ ਤਾਂ ਇਕੱਠੇ ਹੋ ਕੇ ਲੜਾਂਗੇ, ਰਾਜਨੀਤੀ ਛੱਡ ਕੇ, ਰਾਜਨੀਤੀ ਤੋਂ ਉਤਾਂਹ ਉੱਠ ਕੇ ਜੇ ਇਕੱਠੇ ਹੋ ਕੇ ਲੜਾਂਗੇ ਤਾਂ ਪੰਜਾਬ ਬਚ ਜਾਊ। ਜੇ ਨਾ ਲੜੇ ਤਾਂ ਪੰਜਾਬ ਨੇ ਡੁੱਬ ਜਾਣਾ। ਔਰ ਉੱਥੋਂ ਹੀ ਭੁੰਦੜ ਸਾਹਿਬ ਬੈਠੇ ਸੀਗੇ ਵਿੱਚ ਅਕਾਲੀ ਦਲ ਵੱਲੋਂ, ਕਹਿੰਦੇ ਮੈਨੂੰ ਬੇਂਡੀ ਲਾਓ, ਪਰ ਮੈਨੂੰ ਨਹੀਂ ਅੱਜ ਤਾਈਂ ਲੱਭੇ ਕਿੱਥੋਂ ਫੜ ਕੇ ਉਹਨਾਂ ਨੂੰ ਬੇਂਡੀ ਲਾਈ। ਉਹ ਗਾਇਬ ਹੋ ਗਏ। ਤਾਂ ਉੱਥੋਂ ਫਿਰ ਲੜਾਈ ਸ਼ੁਰੂ ਹੋ ਗਈ। ਫਿਰ ਉਹ ਤੋਂ ਬਾਅਦ ਸ਼ੁਰੂ ਕੀਤਾ ਆਪਣੇ ਭਾਈਚਾਰੇ ਨੂੰ ਇਕੱਠਾ ਕਰਨਾ। ਲੋਕਾਂ 'ਚ ਕੇ ਸੀ ਬਹੁਤ ਵੀ ਦੇਖੋ ਇੰਨੀਆਂ ਯੂਨੀਅਨਾਂ ਹੋ ਗਈਆਂ, ਹੁਣ ਕੀ ਹੋਣਾ। ਤੇ ਫਿਰ ਸਾਰੀਆਂ ਯੂਨੀਅਨਾਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਮੋਗੇ ਮੀਟਿੰਗਾਂ ਹੁੰਦੀਆਂ ਰਹੀਆਂ, ਕਦੇ ਜਲੰਧਰ ਮੀਟਿੰਗ ਹੋਈ। ਤੇ ਅਲਟੀਮੇਟਲੀ ਫਿਰ ਤੈਅ ਹੋਇਆ ਜਦੋਂ 5 ਜੂਨ ਨੂੰ ਇਹਨਾਂ ਨੇ ਆਰਡੀਨੈਂਸ ਜਾਰੀ ਕਰ ਦਿੱਤੇ। ਉਹ ਵੀ ਜਦੋਂ ਕੋਵਿਡ ਸੀ, ਲੋਕੀ ਘਰਾਂ 'ਚ ਤਾੜੇ ਹੋਏ ਸੀ। ਔਰ ਉਦੋਂ ਕੋਈ ਏਡੀ ਲੋੜ ਐਮਰਜੈਂਸੀ 'ਚ ਹੁੰਦਾ ਆਰਡੀਨੈਂਸ, ਐਮਰਜੈਂਸੀ ਕੋਈ ਐਸੀ ਹੈ ਨਹੀਂ ਸੀ। ਤੇ ਅੱਗੇ ਪਾਰਲੀਮੈਂਟ ਸੈਸ਼ਨ ਸੀਗਾ, ਉਹਦੇ ਵਿੱਚ ਲਿਆ ਸਕਦੇ ਸਿੱਧਾ ਕਾਨੂੰਨ, ਪਰ ਇਹਨਾਂ ਨੇ ਆਰਡੀਨੈਂਸ ਲਿਆਂਦੇ। ਅਸੀਂ ਉਹਦੇ ਵਿਰੋਧ 'ਚ ਫਿਰ 2 ਮਹੀਨੇ ਰੇਲਵੇ ਲਾਈਨਾਂ ਤੇ ਅਸੀਂ ਬੈਠੇ ਪੰਜਾਬ ਵਿੱਚ। ਦੇਖਿਆ ਵੀ ਨਹੀਂ ਕੁਝ ਬਣਦਾ। ਫਿਰ ਸਾਰੇ ਨੇ ਤੈਅ ਕੀਤਾ ਅਸੀਂ ਦਿੱਲੀ ਆ ਗਏ। ਇਹਨਾਂ ਨੇ ਸਾਨੂੰ ਇੱਥੇ ਰੋਕ ਲਿਆ, ਅਸੀਂ ਇੱਥੇ ਬਹਿ ਗਏ। ਫਿਰ ਸਾਰਾ ਅੰਦੋਲਨ ਤੁਸੀਂ ਦੇਖਿਆ ਜਿਸ ਤਰ੍ਹਾਂ ਚੱਲਿਆ। ਅੱਜ ਕੀ ਪ੍ਰੋਗਰਾਮ ਆ? ਜੇ ਆਪਾਂ ਅੱਜ ਨਹੀਂ, ਆਉਣ ਵਾਲੇ ਦਿਨਾਂ ਦਾ ਵੀ ਕੋਈ ਨਵਾਂ ਐਡ ਆਨ ਹੋਇਆ ਕਿ ਹੈਲੀਕਾਪਟਰ ਵਾਲਾ ਮੁੰਡਾ ਕੌਣ ਹੈਗਾ ਇਹ? ਇੱਕ ਤਾਂ ਕਹਿੰਦੇ ਸੀਐਮ ਚੰਨੀ ਵੀ ਕਹਿ ਰਿਹਾ ਤੁਹਾਡੇ ਲਈ ਹੈਲੀਕਾਪਟਰ ਭੇਜ ਰਹੇ ਨੇ ਫੁੱਲਾਂ ਦੀ ਵਰਖਾ ਲਈ, ਚਰਚਾ ਹੈਗੀ ਇਹ। ਇੱਕ ਤੁਹਾਨੂੰ ਕੋਈ ਹੈਲੀਕਾਪਟਰ ਦੇ ਨਾਲ ਫੁੱਲ ਭਰਾਊਗਾ? ਨਹੀਂ, ਮੈਂ ਜਾਣਦਾ ਨਹੀਂ ਉਸ ਨੌਜਵਾਨ ਨੂੰ ਕੌਣ ਹੈ ਉਹ। ਮੈਨੂੰ ਪਤਾ ਲੱਗਿਆ ਕਹਿੰਦੇ ਨੇ ਸਮਰਾਲੇ ਇਲਾਕੇ ਦਾ, ਆਸਟ੍ਰੇਲੀਆ ਵਿੱਚ ਹੈ। ਤੇ ਉਹਨੇ ਮੇਰੇ ਨਾਲ ਕੋਈ ਗੱਲ ਵੀ ਨਹੀਂ ਕੀਤੀ। ਤੇ ਉਹਨੇ ਪਤਾ ਲੱਗਿਆ ਵੀ ਉਹਨੇ ਹੈਲੀਕਾਪਟਰ ਅਰੇਂਜ ਕੀਤਾ ਹੈ। ਉਹ ਵੀ ਯੂਪੀ ਤੋਂ, ਪੰਜਾਬ ਚੋਂ ਨਹੀਂ ਹੋ ਸਕਿਆ। ਤੇ ਉਹਨੇ ਫੁੱਲਾਂ ਦੀ ਵਰਖਾ ਕਰਨੀ ਹੈ। ਧੰਨਵਾਦੀਆਂ। ਇੱਕ ਆਪਣੀ ਕਿਸਮ ਦਾ ਇੱਕ ਜੋਸ਼ ਹੈ ਨੌਜਵਾਨਾਂ ਦੇ ਵਿੱਚ, ਤੇ ਆਪਣਤ ਜ਼ਾਹਰ ਕਰਨ ਦਾ ਇੱਕ ਤਰੀਕਾ ਹੈ। ਤੇ ਸਾਰਾ ਭਾਈਚਾਰਾ ਜਦੋਂ ਜਾਏਗਾ, ਉਹਨਾਂ ਨੂੰ ਜਿਨ੍ਹਾਂ ਨੇ ਇੱਥੇ ਢੂਈਆਂ ਰਗੜਾਈਆਂ ਸੜਕ ਦੇ ਉੱਤੇ, ਉਹਨਾਂ ਨੂੰ ਖੁਸ਼ੀ ਹੋਏਗੀ, ਸਕੂਨ ਮਿਲੇਗਾ ਜਦੋਂ ਇੱਦਾਂ ਦਾ ਸਵਾਗਤ ਹੋਏਗਾ। ਕੀ ਪ੍ਰੋਗਰਾਮ ਮੈਂ ਪੁੱਛ ਰਿਹਾ ਸੀ? ਅੱਜ ਹੁਣ ਤੁਸੀਂ ਚੱਲ ਰਹੇ ਹੋ, ਅੱਧੇ ਘੰਟੇ ਬਾਅਦ ਤੁਸੀਂ ਚੱਲ ਪੈਣਾ ਹੈਗਾ। ਕੀ ਪ੍ਰੋਗਰਾਮ ਨੇ ਤੁਹਾਡੇ? ਸਾਰੇ ਦਿਨ ਦੇ ਪ੍ਰੋਗਰਾਮ ਕੀ ਨੇ? ਅੱਜ ਇੱਥੋਂ ਤੇ ਅਸੀਂ 9 ਵਜੇ ਤੁਰਨ ਦਾ ਸਾਰਿਆਂ ਨੂੰ ਸੱਦਾ ਦਿੱਤਾ। ਸਾਰੀਆਂ ਟਰਾਲੀਆਂ ਨੂੰ, ਬਹੁਤ ਸਾਰੀਆਂ ਟਰਾਲੀਆਂ ਨਿਕਲ ਵੀ ਗਈਆਂ। ਤੇ ਸ਼ੰਭੂ ਅਸੀਂ ਇਕੱਠੇ ਹੋ ਜਾਾਂਗੇ। ਤੋਂ 1 ਵਜੇ ਦੇ ਕਰੀਬ ਸਾਡਾ ਪ੍ਰੋਗਰਾਮ ਹੈ। ਉੱਥੋਂ ਅੱਗੇ ਸ਼ੰਭੂ ਤੋਂ ਮਾਰਚ ਕਰਨ ਦਾ। ਸ਼ੰਭੂ ਬਹੁਤ ਸਾਰੇ ਲੋਕੀ ਪੰਜਾਬ ਤੋਂ ਸਾਡੇ ਜਥੇ ਦਾ ਸਵਾਗਤ ਕਰਨ ਵਾਸਤੇ ਆ ਰਹੇ ਨੇ। ਸ਼ੰਭੂ ਤੋਂ ਅੱਗੇ ਅਸੀਂ GT ਰੋਡ ਤੇ ਜਾਵਾਂਗੇ। ਮੇਰਾ ਪ੍ਰੋਗਰਾਮ ਹੈਗਾ ਖੰਨੇ ਤੋਂ ਸਮਰਾਲਾ ਮਾਛੀਵਾੜਾ ਗੁਰਦੁਆਰਾ ਚਰਨ ਕਮਲ ਸਾਹਿਬ ਅਸੀਂ ਮੱਥਾ ਟੇਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਸੀਸ ਨਵਾ ਕੇ ਫਿਰ ਵਾਪਸ ਘਰ ਆਵਾਂਗੇ ਰਾਤ ਨੂੰ। ਬਾਕੀਆਂ ਦਾ
ਬਾਕੀਆਂ ਦਾ ਕੀ ਹੈਗਾ? ਤੁਸੀਂ ਤਾਂ ਆਪਣੇ ਵਾਲੇ ਰੂਟ ਤੇ ਚਲੇ ਜਾਓਗੇ, ਬਾਕੀਆਂ ਦੇ ਰੂਟ ਕਿਵੇਂ ਤੈਅ? ਬਾਕੀ ਸਾਰਿਆਂ ਦਾ ਇਸ ਤਰ੍ਹਾਂ ਵੀ ਜਿਹੜੇ ਦੂਰ ਵਾਲੇ ਨੇ ਉਹਨਾਂ ਨੂੰ ਇੱਕ ਦਿਨ ਵਿੱਚ ਇੰਨਾ ਸਫ਼ਰ ਔਖਾ, ਉਹਨਾਂ ਦਾ ਅਸੀਂ ਪ੍ਰਬੰਧ ਕੀਤਾ ਹੈ। ਫਤਿਹਗੜ੍ਹ ਸਾਹਿਬ ਰਾਤ ਕੱਟ ਕੇ ਜਾਣਗੇ। ਇੱਕ ਜਿਹੜਾ ਟਿੱਕਰੀ ਬਾਰਡਰ ਵਾਲੇ ਨੇ ਉਹ ਸਿੱਧੇ ਬਠਿੰਡੇ ਵੱਲ ਨੂੰ, ਸੰਗਰੂਰ ਵੱਲ ਨੂੰ ਸਿੱਧੇ ਉੱਥੋਂ ਸਿੱਧਾ ਜਾਣਗੇ। ਦੋ ਅਲੱਗ-ਅਲੱਗ ਰੂਟ ਨੇ। 13 ਨੂੰ ਤੁਸੀਂ ਹਰਮੰਦਰ ਸਾਹਿਬ ਜਾ ਕੇ ਨਤਮਸਤਕ ਹੋਵੋਗੇ। ਉਦੋਂ ਕੀ ਪ੍ਰੋਗਰਾਮ ਆ? ਕਿੱਥੋਂ ਸ਼ੁਰੂ ਹੋਊਗਾ, ਕਿੱਥੋਂ ਜਾਊਗਾ? 13 ਨੂੰ ਅਸੀਂ ਕਿਹਾ ਵੀ ਜਿਹੜੇ ਮਾਲਵੇ ਦੇ ਇੱਧਰਲੇ ਜ਼ਿਲ੍ਹੇ ਨੇ, ਲੁਧਿਆਣਾ, ਰੋਪੜ, ਮੋਹਾਲੀ, ਜਲੰਧਰ, ਨਵਾਂ ਸ਼ਹਿਰ, ਇਹ ਸਾਰੇ ਜ਼ਿਲ੍ਹੇ, ਪਟਿਆਲਾ, ਮਾਲਵਾ ਤੇ ਦੁਆਬਾ, ਜਲੰਧਰ ਤੇ ਦੁਆਬੇ ਚ ਆ। ਦੁਆਬੇ ਚ ਹੈ। ਇਹ ਬਿਆਸ ਦਰਿਆ ਦੇ ਪੁਲ ਤੇ ਉੱਥੇ ਇਕੱਠੇ ਹੋਣਗੇ। ਤੇ ਜਿਹੜੇ ਬਠਿੰਡੇ ਵੱਲੋਂ ਆਉਣਗੇ, ਬਠਿੰਡਾ, ਫਿਰੋਜ਼ਪੁਰ, ਮੋਗਾ, ਫਰੀਦਕੋਟ, ਉਹ ਜ਼ਿਲ੍ਹੇ, ਉਹ ਹਰੀਕੇ ਪੱਤਣ ਇਕੱਠੇ ਹੋਣਗੇ। ਔਰ ਅਸੀਂ ਆਪੋ ਵਿੱਚ ਹੀ ਤਾਲਮੇਲ ਰੱਖਾਂਗੇ। ਮਾਰਚ ਹੋਊਗਾ ਜਾਂ ਲੀਡਰ ਹੋਣਗੇ ਇਕੱਲੇ? ਨਹੀਂ, ਅਸੀਂ ਕਿਹਾ ਤਾਂ ਲੀਡਰਾਂ ਨੂੰ ਹੈ, ਪਰ ਜਿਸ ਤਰ੍ਹਾਂ ਦਾ ਲੋਕਾਂ ਦਾ ਮਾਰਚ ਹੀ ਹੋ ਜਾਣਾ। ਲੋਕਾਂ ਦਾ ਉਭਾਰ ਜਿਸ ਤਰ੍ਹਾਂ ਹੈਗਾ, ਵੱਡੀ ਗਿਣਤੀ 'ਚ ਲੋਕਾਂ ਨੇ ਆ ਜਾਣਾ ਹੈ। ਤੁਸੀਂ ਕਾਲ ਨਹੀਂ ਦਿੱਤੀ? ਨਹੀਂ, ਉਦੋਂ ਸਿੰਪਲ ਰੱਖਿਆ ਤੁਹਾਡੇ ਵੱਲੋਂ ਕਾਲ, ਜਾਂ ਤੁਸੀਂ ਵੀ ਸੱਦਾ ਦੇ ਰਹੇ ਹੋ ਵੀ ਆਓ ਲੋਕ? ਨਹੀਂ, ਅਸੀਂ ਸਿੰਪਲ ਰੱਖਿਆ। ਹੁਣ ਜਿਸ ਤਰ੍ਹਾਂ ਦਾ ਲੋਕਾਂ ਦਾ ਦਬਾਅ ਹੈ ਵੀ ਨਹੀਂ ਜੀ ਸਾਰਿਆਂ ਨੂੰ ਜਾਣ ਦਿਓ, ਅਸੀਂ ਕਿਹਾ ਠੀਕ ਹੈ ਵੀ ਆ ਜਾਓ। ਸਾਨੂੰ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣਾ ਹੈ, ਉਹਦੇ ਲਈ ਕੋਈ ਇਦਾਂ ਦੀ ਪਾਬੰਦੀ ਲਾਈ ਨਹੀਂ ਜਾ ਸਕਦੀ। ਹਰੇਕ ਦੀ ਆਪਣੀ ਸ਼ਰਧਾ ਹੈ। ਜਿਨ੍ਹਾਂ ਨੇ ਇੱਥੇ 1 ਸਾਲ ਪਰ ਢੂਈਆਂ ਰਗੜਾਈਆਂ, ਉਹ ਚਾਹੁੰਦੇ ਨੇ ਜਾਣਾ ਉੱਥੇ, ਤੇ ਚੰਗੀ ਗੱਲ ਹੈ। ਸਾਰਿਆਂ ਨੂੰ ਜਾ ਕੇ ਸ਼ੁਕਰਾਨਾ ਕਰਨਾ ਚਾਹੀਦਾ ਸਤਿਗੁਰਾਂ ਦਾ। ਬਹੁਤ ਵੱਡੀ ਗਿਣਤੀ 'ਚ ਲੋਕ ਜਾਣਗੇ। ਇੱਕ ਤੁਸੀਂ ਬਾਰ-ਬਾਰ ਜਿਹੜਾ ਕਿਹਾ ਗਿਆ ਕਿ ਸਟਾਈਲ ਭਗਤ ਸਿੰਘ ਵਾਲਾ ਸੀ, ਯਾਨੀ ਨਾ ਭਗਤ ਸਿੰਘ ਦਾ ਫੋਟੋ ਹਮੇਸ਼ਾ ਭਗਤ ਸਿੰਘ ਦੀ ਲਾ ਕੇ ਆਪਾਂ ਯਾਦ ਕਰਦੇ ਹਾਂ ਸ਼ਹੀਦ ਭਗਤ ਸਿੰਘ ਨੂੰ, ਪਰ ਲੜਾਈ ਦਾ ਵੇ ਜਿਹੜਾ ਗਾਂਧੀਅਨ ਵੇ ਸੀ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਅੱਜ, ਜੇ ਤੁਹਾਡੇ ਤੋਂ ਥਿਊਰਾਈਜ਼ ਕਰਾਉਣਾ ਹੋਵੇ, ਇਸ ਪੂਰੀ ਮੂਵਮੈਂਟ ਨੂੰ ਨਰੇਟ ਕਰਾਉਣਾ ਹੋਵੇ, ਇਹਨੂੰ ਕਿਵੇਂ ਨਰੇਟ ਕਰਦੇ ਹੋ? ਗਾਂਧੀਅਨ ਮੂਵਮੈਂਟ ਸੀ? ਇੱਕ ਕਿਹੜੀ ਮੂਵਮੈਂਟ ਸੀ ਇਹ? ਇਹਨੂੰ ਕੋਈ ਨਾਂ ਦੇ ਲਓ। ਅਸਲ ਗੱਲ ਇਹ ਹੈ ਵੀ ਅੱਜ ਦੇ ਸਮੇਂ 'ਚ ਜੇ ਤੁਸੀਂ ਵਾਇਲੈਂਟ ਹੋਵੋਗੇ ਨਾ, ਤਾਂ ਸਰਕਾਰ ਨੂੰ ਇੱਕ ਟੂਲ ਮਿਲ ਜਾਂਦਾ ਤੁਹਾਡੇ ਤੇ ਤਸ਼ੱਦਦ ਕਰਨ ਦਾ, ਲਾਠੀਚਾਰਜ ਕਰਨ ਦਾ, ਗੋਲੀ ਚਲਾਉਣ ਦਾ। ਉਹ ਦੇਖੋ ਜੀ, ਇਹ ਤਾਂ ਵਾਇਲੈਂਟ ਸੀ। ਜੇ ਤੁਸੀਂ ਪੀਸਫੁਲ ਰਹੋਗੇ, ਹੱਥ ਨਾ ਚਲਾਓ, ਮੂੰਹ ਤੋਂ ਜੋ ਮਰਜ਼ੀ ਆਖੀ ਜਾਓ, ਭਾਵੇਂ ਉਹਨਾਂ ਨੂੰ ਗਾਲਾਂ ਕੱਢੀ ਜਾਓ, ਤੁਹਾਡਾ ਕੱਖ ਨਹੀਂ ਵਿਗਾੜ ਸਕਦੇ। ਆਪਣਾ ਹੱਥ ਨਾ ਚਲਾਓ, ਬਸ ਹੱਥ ਚਲਾਉਣਾ ਵਾਇਲੈਂਟ ਹੁੰਦਾ ਹੈ। ਤੇ ਜੇ ਤੁਸੀਂ ਪੀਸਫੁਲ ਰਹੋਗੇ, ਤੁਹਾਡਾ ਕੁਝ ਵਿਗਾੜ ਨਹੀਂ ਸਕਦੇ। ਤਾਂ ਅਸੀਂ ਇਹ ਪੀਸਫੁਲ ਰਹਿਣ ਤੇ ਅਸੀਂ ਜ਼ਿਆਦਾ ਜ਼ੋਰ ਦਿੱਤਾ, ਔਰ ਇਹਦੇ ਸਹਾਰੇ ਅਸੀਂ ਜਿੱਤ ਗਏ। ਇਹਨੂੰ ਹੁਣ ਤੁਸੀਂ ਗਾਂਧੀਅਨ ਕਹਿ ਲਓ, ਕੋਈ ਕਹਿ ਲਓ, ਪਰ ਅਸੀਂ ਇਦਾਂ ਸੋਚ ਕੇ ਨਹੀਂ ਕੀਤਾ। ਅਸੀਂ ਤਾਂ ਆਪਣੀ ਮੂਵਮੈਂਟ ਨੂੰ ਲੰਬਾ ਸਮਾਂ ਚਲਾਉਣ ਵਾਸਤੇ, ਬਚਾਉਣ ਵਾਸਤੇ ਇਹ ਰਸਤਾ ਅਖਤਿਆਰ ਕੀਤਾ। ਜਿਵੇਂ ਕਹਿੰਦੇ ਆ ਨਾ ਕਿ ਸ਼ਿਵ ਜੀ ਦੀ ਬਰਾਤ ਕਿਹਾ ਜਾਂਦਾ ਹੈਗਾ ਕਿ ਸ਼ਿਵ ਜੀ ਦੀ ਬਰਾਤ 'ਚ ਦੈਂਤ ਵੀ ਸੀ ਤੇ ਦੇਵਤੇ ਵੀ ਸੀਗੇ। ਇਸੇ ਤਰ੍ਹਾਂ ਦਾ ਸੀ ਅੰਦੋਲਨ? ਇਸੇ ਤਰ੍ਹਾਂ ਦਾ ਸੀ। ਸਾਰੇ ਤਰ੍ਹਾਂ ਦੇ ਲੋਕ ਸੀ ਇੱਥੇ। ਸਰਕਾਰ ਦੀਆਂ ਏਜੰਸੀਆਂ ਵੀ ਸੀ, ਜਿਹੜੇ ਸਾਡੇ ਵਿਰੋਧੀ ਸੀ ਉਹ ਵੀ ਸੀ, ਆਪਣੀਆਂ ਰੋਟੀਆਂ ਸੇਕਣ ਵਾਲੇ ਵੀ ਸੀ, ਹਰ ਤਰ੍ਹਾਂ ਦੇ ਲੋਕ ਸੀ। ਔਰ ਇਹ ਤਿਆਰ ਹੋ ਕੇ ਕਰਨਾ ਚਾਹੀਦਾ ਏਡੇ ਵੱਡੇ ਅੰਦੋਲਨ ਵਿੱਚ। ਇਹ ਸਾਰਾ ਕੁਝ ਹੋਣਾ ਕੁਦਰਤੀ ਹੈ। ਤੁਸੀਂ ਤਾਂ ਆਪਣੀ ਜ਼ਿੰਦਗੀ 'ਚ ਬਹੁਤ ਸਾਰਾ ਕੁਝ ਦੇਖਿਆਗਾ। ਉਹ ਦੌਰ ਵੀ ਦੇਖਿਆ ਜਦੋਂ ਗਵਰਨਰ ਹਾਊਸ ਦੇ ਸਾਹਮਣੇ ਬੈਠੇ, ਜਦੋਂ ਜਥੇਬੰਦੀਆਂ ਅੱਡ ਹੋਣੀਆਂ ਸ਼ੁਰੂ ਹੁੰਦੀਆਂ ਨੇ, ਉਹ ਦੌਰ ਸ਼ੁਰੂ ਹੁੰਦਾ ਹੈਗਾ ਜਦੋਂ ਪੰਜਾਬ ਦੇ ਅੰਦਰ। ਔਰ ਤੁਸੀਂ ਇਹ ਦੌਰ ਵੀ ਦੇਖਿਆ ਜਦੋਂ ਮੁੜ ਕੇ ਇਕੱਠੇ ਹੋ ਗਏ। ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਐਡਾ ਅੰਦੋਲਨ ਦੇਖਿਆ ਸੀਗਾ, ਜਾਂ ਉਹਨੂੰ ਕਿਵੇਂ ਦੇਖਦੇ ਹੋ ਕਿ ਇੱਕ ਵਾਰ ਸਾਰਿਆਂ ਦਾ ਅੱਡ ਹੋ ਜਾਣਾ, ਜਾਂ ਡਿਫਰੈਂਸ ਆਉਂਦੇ ਯੂਨੀਅਨਾਂ ਇੰਨੀਆਂ ਬਣ ਜਾਣੀਆਂ ਤੇ ਹੁਣ ਫਿਰ ਸਾਰਿਆਂ ਦਾ ਇੱਕ ਮੰਚ ਤੇ ਇਕੱਠੇ ਹੋ ਜਾਣਾ? ਨਹੀਂ, ਉਹ ਇਸ ਤਰ੍ਹਾਂ ਸੀ। 84 'ਚ ਜਦੋਂ ਅਸੀਂ ਕੀਤਾ ਗਵਰਨਰ ਤੋਂ, ਤਾਂ ਆਪਣੇ ਆਪ ਵਿੱਚ ਉਸ ਵੇਲੇ ਦਾ ਸਭ ਤੋਂ ਯੂਨੀਕ ਅੰਦੋਲਨ ਸੀ। ਔਰ ਇਹ ਉਹ ਤੋਂ ਵੀ ਵੱਡਾ ਹੈ। ਉਹ ਤੋਂ ਸ਼ੁਰੂਆਤ ਹੋ ਗਈ ਸੀ। ਕੁਝ ਲੋਕਾਂ ਨੂੰ ਤਕਲੀਫ ਹੋ ਗਈ ਸੀ ਵੀ ਜੇ ਕਿਸਾਨ ਇਸ ਤਰ੍ਹਾਂ ਆਰਗੇਨਾਈਜ਼ ਹੋ ਗਏ ਤੇ ਇਹ ਸਾਡੇ ਲਈ ਖਤਰਾ ਹੋਣਗੇ। ਪੋਲੀਟੀਕਲ ਲੋਕਾਂ ਨੂੰ ਤਕਲੀਫ ਹੋ ਗਈ ਸੀ। ਉਹਨਾਂ ਨੇ ਬੰਦੇ ਵਿੱਚ ਬਾੜ ਕੇ ਪੈਨੀਟ੍ਰੇਸ਼ਨ ਕਰਕੇ ਫਿਰ ਇਹਨੂੰ ਤੋੜਨ ਵਾਲੇ ਪਾਸੇ ਨੂੰ ਚੱਲ ਪਏ ਸੀ। 88 ਤੋਂ ਫਿਰ ਇਹ ਟੁੱਟਣਾ ਸ਼ੁਰੂ ਹੋਇਆ। 88 ਤੋਂ ਟੁੱਟਦਾ ਇੱਕ ਗਰੁੱਪ ਬਣਿਆ, 2 ਬਣੇ, 3 ਬਣੇ, ਇੱਕ ਸਟੇਜ ਤੇ ਤਾਂ 22 ਹੋ ਗਏ ਸੀ। BKU ਦੇ 22 ਜਿਹੜੀਆਂ ਲੈਫਟ ਪਾਰਟੀਆਂ ਨੇ, ਉਹਨਾਂ ਦੇ ਕਿਸਾਨ ਵਿੰਗ ਹੋਣਾ ਉਹ ਇੱਕ ਅਲੱਗ ਚੀਜ਼ ਸੀ, ਲੇਕਿਨ BKU ਦੇ 22 ਗਰੁੱਪ ਹੋ ਗਏ ਸੀ। ਤੇ ਮੈਨੂੰ ਇੱਕ ਵਾਰੀ ਚੌਕ ਮੈਂ ਤੇ ਘੇਰ ਲਿਆ ਕਿਸੇ ਸੱਜਣਾ ਨੇ, ਮੈਂ ਉੱਥੇ ਬੋਲ ਕੇ ਹਟਿਆ। ਉਹ ਕਹਿੰਦੇ ਜੀ ਤੁਸੀਂ ਬਹੁਤ ਵਧੀਆ ਗੱਲ ਕਰਦੇ ਹੋ, ਇਕੱਠੇ ਕਿਉਂ ਨਹੀਂ ਹੋ ਜਾਂਦੇ? ਮੈਂ ਕਿਹਾ ਵੀ ਠੀਕ ਹੈ, ਤੇ ਬਹਿ ਜਾਓ। ਲੋਕੀ ਫੇਰ ਬਿਠਾ ਲਏ। ਮੈਂ ਕਿਹਾ ਬਹਿ ਜਾਓ ਮਿੱਤਰੋ, ਇਹਨੇ ਬੜਾ ਵਧੀਆ ਸਵਾਲ ਕੀਤਾ ਹੈ। ਮੈਂ ਉਹਨੂੰ ਕਿਹਾ ਵੀ ਦੇਖੋ ਗੱਲ ਸੁਣੋ, ਤੇ ਮੈਂ ਤਾਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ, ਪਰ ਜਿਹੜੇ 22 ਬਣਾਏ ਬੈਠੇ ਨੇ ਨਾ, ਉਹਨਾਂ ਨੂੰ ਕਹੋ ਪਹਿਲਾਂ ਇੱਕ ਲੀਡਰ ਬਣਾ ਲੈਣ। ਮੈਂ ਆਪਣੀ ਜਥੇਬੰਦੀ ਭੰਗ ਕਰਕੇ ਤੁਹਾਡੇ ਸ਼ਾਮਲ ਹੋ ਜਾਊਂ। ਮੈਂ ਕੋਈ ਤੇ ਅਹੁਦਾ ਨਹੀਂ ਮੰਗਦਾ। ਉਹ
ਉੱਥੇ ਉਦੋਂ ਹੀ ਕੁਝ ਲੋਕ ਬੈਠੇ ਸੀ, ਕਹਿੰਦੇ ਇਹ ਤਾਂ ਸਾਡੇ ਪਿੰਡ ਦਾ ਫਲਾਨਾ ਬੰਦਾ ਹੈ, ਇਹਦੇ ਕੋਲ ਤਾਂ ਇੱਕ ਇੰਚ ਜ਼ਮੀਨ ਨਹੀਂ ਹੈ ਪਿੰਡ ਦੀ, ਇਹ ਤਾਂ ਰੇੜਾ ਚਲਾਉਂਦਾ ਹੈ, ਤੇ ਇਹ ਕੀ ਖੇਤੀ ਬਾਰੇ ਕੋਈ ਦੱਸੂਗਾ। ਤੋ ਖੈਰ ਉਹਦੇ ਬਾਅਦ ਇਹ ਚੱਲਦਾ ਰਿਹਾ ਇਹ ਦੌਰ। ਫਿਰ ਲੈਫਟਿਸਟ ਪਾਰਟੀਆਂ ਵੀ ਜਿਹੜੀਆਂ ਸੀਗੀਆਂ ਉਹ ਵੀ ਚੱਲਦੀ ਰਹੀਆਂ, ਵਿੱਚੋਂ ਇਹਨਾਂ ਦੇ ਨਿਕਲਦੇ ਰਹੇ, ਕਿ ਪਹਿਲਾਂ ਇਹ ਸਾਡੇ ਵਿੱਚ ਆ ਗਏ ਸੀ ਲੈਫਟਿਸਟ ਜਿਹੜੇ ਸੀਗੇ, ਫਿਰ ਇਹ ਹੌਲੀ ਹੌਲੀ ਸਾਨੂੰ ਤੋੜ ਕੇ ਫਿਰ ਇਹ ਆਪ ਟੁੱਟਣਾ ਸ਼ੁਰੂ ਹੋ ਗਏ। ਤੇ ਅੱਜ ਫਿਰ 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਇਕੱਠੀਆਂ ਹੋਈਆਂ ਇੱਥੇ। ਇਹ 32 ਕਦੇ ਹੁਣ ਇਹੋ ਜਿਹਾ ਮਾਹੌਲ ਲੱਗਦਾ ਕਿ ਇਹ 32 ਇਕੱਠੀਆਂ ਰਹਿਣਗੀਆਂ ਜਾਂ 32 ਇੱਕ ਹੋ ਸਕਦੀਆਂ ਨੇ ਪੰਜਾਬ ਨੂੰ ਗਵਾਹੀ ਦੇਣ ਦੇ ਲਈ, ਪੰਜਾਬ ਦੇ ਭਲੇ ਲਈ? ਦੇਖੋ ਇਹ ਤਾਂ ਨੈਚੁਰਲ ਹੈ, ਤੁਸੀਂ ਇਕੱਠੇ ਹੋ ਗਏ ਫਿਰ ਕਿਤੇ ਬਿਖਰ ਸਕਦੇ ਹੋ, ਇਹ ਕੁਦਰਤੀ ਹੈ, ਪਤਾ ਨਹੀਂ, ਮੈਂ ਨਹੀਂ ਅੱਜ ਕਹਿ ਸਕਦਾ। ਤੇ ਇੱਥੇ ਕਿਸੇ ਨੂੰ ਕੋਈ ਕਿਸੇ ਪ੍ਰਤੀ ਬਹੁਤ ਕੁਝ ਹੁੰਦਾ, ਮਨੁੱਖੀ ਸੁਭਾਅ ਹੈ, ਕਿਤੇ ਜੈਲਸੀ ਹੁੰਦੀ ਹੈ, ਕਿਤੇ ਕੋਈ ਅਸੂਲ ਦੀ ਗੱਲ ਵੀ ਹੁੰਦੀ ਹੈ, ਕੋਈ ਕਿਸੇ ਨੇ ਰਸਤਾ ਅਲੱਗ ਅਖਤਿਆਰ ਕਰ ਲਿਆ, ਪਰ ਸਾਡੀ ਕੋਸ਼ਿਸ਼ ਇਹ ਹੈ ਵੀ ਇਹ ਸਾਰੇ ਦੇ ਸਾਰੇ ਇਕੱਠੇ ਰਹਿਣ। SKM ਇੱਕ ਐਸਾ ਅਦਾਰਾ ਬਣ ਗਿਆ, ਐਸੀ ਆਰਗੇਨਾਈਜੇਸ਼ਨ ਬਣ ਗਈ ਜਿੱਥੋਂ ਸਰਕਾਰਾਂ ਨੂੰ, ਪੋਲੀਟੀਕਲ ਲੋਕਾਂ ਨੂੰ ਡਰ ਲੱਗਣ ਲੱਗ ਪਿਆ। ਤੇ ਜੇ ਇਹ ਰਹੇਗਾ ਤਾਂ ਬਹੁਤ ਸਾਰੇ ਕੰਮ ਤਾਂ ਇੱਕ ਬਿਆਨ ਨਾਲ ਹੀ ਹੋ ਜਾ ਕਰਨਗੇ, ਤੇ ਜੇ ਟੁੱਟ ਗਿਆ, ਲਾਜ਼ਮੀ ਹੈ ਵੀ ਸਰਕਾਰਾਂ ਦੀ ਕੋਸ਼ਿਸ਼ ਹੋਏਗੀ, ਪੋਲੀਟੀਕਲ ਪਾਰਟੀਆਂ ਦੀ ਕੋਸ਼ਿਸ਼ ਹੋਏਗੀ ਵੀ ਇਹ ਟੁੱਟ ਜਾਏ। ਜੇ ਟੁੱਟ ਗਿਆ ਫਿਰ ਇਹ ਮੰਦਭਾਗਾ ਹੋਊਗਾ। ਜੇ ਇਹ ਰਹੇਗਾ, ਜੇ ਟੁੱਟ ਜਾਏਗਾ, ਤੁਹਾਨੂੰ ਇਹ ਕੋ ਲੱਗਦਾ, ਤੁਹਾਨੂੰ ਇਹ ਨਹੀਂ ਲੱਗਦਾਗਾ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਮੀਟਿੰਗ ਕਰਕੇ ਤੈਅ ਕਰਨਾ ਚਾਹੀਦਾ ਵੀ ਟੁੱਟਣਾ ਨਹੀਂ ਚਾਹੀਦਾ? ਜਿੰਨੇ ਮਰਜ਼ੀ ਸਾਡੇ ਡਿਫਰੈਂਸ ਹੋਣ, ਜਿੰਨੀਆਂ ਮਰਜ਼ੀ ਆਈਡੀਓਲੋਜੀਜ਼ ਹੋਣ, ਲੈਫਟ ਹੋਵੇ, ਰਾਈਟ ਹੋਵੇ, ਸੈਂਟਰ ਹੋਵੇ, ਨਹੀਂ ਟੁੱਟਣਾ ਚਾਹੀਦਾ। ਨਹੀਂ, ਉਹ ਤਾਂ ਅਸੀਂ ਕੀਤਾ, ਪਰ ਜਿਹੜੇ ਪੋਲੀਟੀਕਲ ਲੋਕ ਨੇ ਉਹਨਾਂ ਨੂੰ ਹਜ਼ਮ ਨਹੀਂ ਹੋ ਰਿਹਾ। ਉਹ ਅੱਜ ਤਾਂ ਉਹ ਬਹੁਤ ਘਬਰਾਏ ਹੋਏ ਨੇ, ਖਾਸ ਤੌਰ ਤੇ ਜਦੋਂ ਅਸੀਂ ਇੱਕ ਸਾਲ ਉਹਨਾਂ ਨੂੰ ਸਟੇਜ ਦੇ ਨੇੜੇ ਨਹੀਂ ਟੁੱਕਣ ਦਿੱਤਾ, ਕਿਸੇ ਨੂੰ ਖੰਘਣ ਤੱਕ ਨਹੀਂ ਦਿੱਤਾ, ਤੇ ਉਹਨਾਂ ਨੂੰ ਤਾਂ ਤਕਲੀਫ ਬਹੁਤ ਹੈ। ਲਾਜ਼ਮੀ ਹੈ ਵੀ ਉਹ ਆਪਣੀ ਕੋਈ ਨਾ ਕੋਈ ਕਰਨਗੇ ਕੋਸ਼ਿਸ਼ ਕੋਈ, ਪਰ ਫਿਰ ਵੀ ਅਸੀਂ ਮੀਟਿੰਗ ਤੈਅ ਕੀਤਾ ਵੀ ਸਾਰੇ ਮਹਿਸੂਸ ਕਰਦੇ ਨੇ ਵੀ SKM ਰਹਿਣਾ ਬਹੁਤ ਜ਼ਰੂਰੀ ਹੈ। ਕੋਈ ਕਿਸੇ ਇੱਕ ਬੰਦੇ ਦਾ, ਕਾਸੇ ਦਾ ਕੋਈ ਮਾਨੇ ਨਹੀਂ, SKM ਬਹੁਤ ਜ਼ਰੂਰੀ ਹੈ। ਇੱਕ ਚਰਚਾ, ਜਿਹੜਾ ਸ਼ਬਦ ਮੈਂ ਪਿਛਲੀ ਵਾਰ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਸੀ, ਬਾਰ-ਬਾਰ ਜਦੋਂ ਹੁਣ ਇਹ ਆ ਰਿਹਾ ਕਿ ਰਾਜਨੀਤੀ 2022 ਤੁਹਾਡੀ ਅਗਲੀ ਰਣਨੀਤੀ ਸਾਰਿਆਂ ਦੀ ਕੀ ਹੋਏਗੀ? ਰਾਜੇਵਾਲ, ਤੁਸੀਂ ਕਿਹਾ ਸੀ ਅੰਦੋਲਨ ਨੂੰ ਖਤਮ ਹੋ ਜਾਣ ਦੇ, ਜੋ ਮਰਜ਼ੀ ਪੁੱਛ ਲਿਓ, ਅੰਦੋਲਨ ਖਤਮ ਹੋ ਗਿਆ, ਕੀ ਕਹਿਣਾ ਚਾਹੁੰਦੇ ਨੇ ਰਾਜੇਵਾਲ ਸਾਹਿਬ? ਹਾਲੇ ਥੋੜਾ ਰਿਲੈਕਸ ਕਰ ਲੈਣ ਦਿਓ, ਥੋੜਾ ਜਿਹਾ ਹੋਰ ਰਿਲੈਕਸ ਹੋ ਲੈਣ ਦਿਓ। ਲੀਡਰ ਬਣ ਗਏ ਤੁਸੀਂ ਪੂਰੇ ਪੋਲੀਟੀਕਲ, ਜਿਹੜੇ ਮੇਨ ਸਟ੍ਰੀਮ ਪੋਲੀਟੀਕਲ ਲੀਡਰ ਹੁੰਦੇ ਆ ਨਾ, ਇਹ ਉਹਨਾਂ ਦੀ ਸਟੇਟਮੈਂਟ ਆ, ਇਹ ਸਾਨੂੰ ਦਿੰਦੇ ਨੇ ਕਾਂਗਰਸੀ ਅਕਾਲੀ, ਇਹੋ ਜਿਹੇ ਜਵਾਬ ਦਿੰਦੇ ਨੇ ਜਿਹੜਾ ਤੁਸੀਂ ਦਿੱਤਾ ਅੱਜ। ਉਹ ਤਾਂ ਹੰਡੇ ਹੋਏ ਨੇ ਪੋਲੀਟੀਸ਼ੀਅਨ, ਮੈਂ ਤਾਂ ਪੋਲੀਟਿਕਸ ਤੁਸੀਂ ਕਹਿੰਦੇ ਸਮਾਂ, ਜੇ ਦਿਓ ਸਮਾਂ, ਇਹ ਪੇਸ਼ੈਂਸ ਜਿਹੜਾ ਹੁੰਦਾ ਇਹ ਪੋਲੀਟੀਕਲ ਲੀਡਰ ਦਾ ਹੁੰਦਾ। ਗੱਲ ਸਮਝੋ, ਅੱਜ ਥੋੜਾ ਜਿਹਾ ਰਿਲੈਕਸਡ ਹਾਂ ਵੀ ਸਾਰਾ ਕੁਝ ਭਾਰ ਜਿਹਾ ਲੈ ਗਿਆ ਅੰਦੋਲਨ ਸਮਾਜ। ਸਾਨੂੰ ਸਭ ਨੂੰ ਖੁਸ਼ੀ ਹੈ, ਸਾਰੇ ਪੰਜਾਬ ਨੂੰ ਖੁਸ਼ੀ ਹੈ, ਔਰ ਤੁਹਾਨੂੰ ਸਭ ਤੋਂ ਪਹਿਲੀਆਂ ਵਧਾਈਆਂ ਤੁਹਾਨੂੰ ਨੇ। ਮਿਹਰਬਾਨੀ। ਤੇ ਰਿਲੈਕਸਡ ਮੂਡ ਵਿੱਚ ਹੁਣ ਘਰ ਜਾਵਾਂਗੇ, ਫਿਰ ਕੱਲ ਦਾ ਦਿਨ ਪੂਰਾ ਰੈਸਟ ਕਰਾਂਗੇ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਜਾਵਾਂਗੇ, ਫਿਰ ਇੱਕ ਦਿਨ ਰੈਸਟ ਕਰਾਂਗੇ, ਫਿਰ 15 ਤਰੀਕ ਨੂੰ ਸਾਰੇ ਪੰਜਾਬ ਵਿੱਚ ਜਿੰਨੇ ਅਸੀਂ ਧਰਨੇ ਲਾਏ ਹੋਏ ਆ 125 ਥਾਵਾਂ ਤੇ, ਕੋਈ ਪੈਟਰੋਲ ਪੰਪਾਂ ਤੇ ਨੇ, ਕੋਈ ਟੋਲ ਪਲਾਜ਼ਿਆਂ ਤੇ ਨੇ, ਕੋਈ ਮਾਲਸ ਤੇ ਨੇ, ਉਹ ਸਾਰੇ ਧਰਨੇ ਉਠਾਵਾਂਗੇ। ਤੇ ਉਹਦੇ ਬਾਅਦ ਫਿਰ ਅਸੀਂ ਇਕੱਠੇ ਬੈਠਾਂਗੇ, ਮੀਟਿੰਗ ਕਰਾਂਗੇ ਕੀ ਕਰਨਾ, ਕਿਉਂਕਿ ਸਾਡਾ ਪਹਿਲਾਂ ਤੋਂ ਫੈਸਲਾ ਤੈਅਸ਼ੁਦਾ ਫੈਸਲਾ ਹੈ ਵੀ ਉਦੋਂ ਤੱਕ ਅਸੀਂ ਕੁਝ ਨਹੀਂ ਕਹਿਣਾ, ਕਿਸੇ ਨੇ ਕੁਝ ਨਹੀਂ ਕਰਨਾ, ਤੇ ਜਦੋਂ ਜੋ ਕੁਝ ਕਰਨਾ ਸਾਰੇ ਇਕੱਠੇ ਬੈਠ ਕੇ ਕਰਾਂਗੇ। 3-4 ਤਰ੍ਹਾਂ ਦੇ ਵਿਊ ਨੇ, ਜੇ ਮੈਂ ਕੱਲ ਜਿਵੇਂ ਅਖਬਾਰ ਪੜ੍ਹ ਰਿਹਾ ਸੀਗਾ, ਟਕੈਤ ਹੋਰਾਂ ਨੇ ਵਿਊ ਦਿੱਤਾ ਕਿ ਅਸੀਂ ਇੱਥੇ ਹੀ ਬੈਠਾਂਗੇ, ਜੇ ਵੀ ਕਹਿ ਰਹੇ ਨੇ। ਡੱਲੇਵਾਲ ਹੋਰਾਂ ਦਾ ਇੱਕ ਆਪਣਾ ਵਿਊ ਆਗਾ, ਚੜੂਨੀ ਹੋਰੀ ਪੋਲੀਟੀਕਲ ਪਾਰਟੀ ਦਾ ਐਲਾਨ ਕਰ ਹੀ ਚੁੱਕੇ ਨੇਗੇ। ਦਰਸ਼ਨਪਾਲ ਕਹਿ ਰਹੇ ਨੇ ਪ੍ਰੈਸ਼ਰ ਗਰੁੱਪ ਬਣਨਾ ਚਾਹੀਦਾ, ਕਿਸਾਨਾਂ ਦੀ ਪੋਲੀਟੀਕਲ ਪਾਰਟੀ ਨਹੀਂ ਬਣਨੀ ਚਾਹੀਦੀ। ਤੁਹਾਨੂੰ ਕੀ ਲੱਗਦਾ ਗਾ, ਵੈਸੇ ਕੀ ਲੱਗਦਾ ਅੱਗੇ ਕੀ ਹੋਣਾ ਚਾਹੀਦਾ? ਨਹੀਂ, ਉਹਨਾਂ ਦੇ ਆਪੋ ਆਪਣੇ ਵਿਊਜ਼ ਨੇ, ਜਿਹੜੇ ਕਲੈਕਟਿਵ ਵਿਊਜ਼ ਨੇ ਉਹਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ। ਉਹ ਜਦੋਂ ਬੈਠਾਂਗੇ ਇਹਦੇ ਵਿੱਚੋਂ ਕੀ ਨਿਕਲਦਾ ਉਹ ਤੋਂ ਬਾਅਦ ਕੁਝ ਕਹਾਂਗੇ। ਪਰ ਇਹ ਪੱਕਾ ਗਾ ਕਿ ਜਿਵੇਂ ਅਸੀਂ ਬਹੁਤ ਸਾਰੀਆਂ ਲਹਿਰਾਂ ਦੇਖੀਆਂ ਨੇ, ਦੁਨੀਆ ਭਰ ਦਾ ਇਤਿਹਾਸ ਚੱਕ ਕੇ ਦੇਖ ਲਓ, ਤੁਸੀਂ ਦੇਸ਼ ਦਾ ਵੀ ਦੇਖ ਲਓ, ਜਿੰਨਾ ਚਿਰ ਅੰਦੋਲਨ ਆ, ਜਿਵੇਂ ਹੁੰਦਾ ਨਾ, ਕਹਿੰਦੇ ਪੰਜਾਬ ਦਾ ਇਤਿਹਾਸ ਵੀ ਇਹ ਹੈ ਕਿ ਜਦੋਂ ਮਿਸਲਾਂ ਹੁੰਦੀਆਂ ਸੀ, ਜਦੋਂ ਕੋਈ ਬਾਹਰ ਹੀ ਆਉਂਦਾ ਸੀ, ਮਿਸਲਾਂ ਉਹਦੇ ਖਿਲਾਫ ਇਕੱਠੀਆਂ ਹੋ ਜਾਂਦੀਆਂ ਸੀ, ਜਦੋਂ ਬਾਹਰ ਹੀ ਚਲਾ ਜਾਂਦਾ ਸੀ, ਮਿਸਲਾਂ ਆਪਸ 'ਚ ਲੜ ਪੈਂਦੀਆਂ ਸੀਗੀਆਂ। ਇਹ ਤਾਂ ਨਹੀਂ ਤੁਹਾਡੇ ਵਾਲੀਆਂ ਮਿਸਲਾਂ, ਇਹ ਹੋਊਗਾ ਕਿ ਸਮੂਹਿਕ ਤੌਰ ਤੇ ਤੁਸੀਂ ਕੋਈ ਵੀ ਡਿਸੀਜਨ ਲਵੋ, ਪੋਲੀਟੀਕਲ ਇਕੱਠੇ ਰਹੋਗੇ? ਨਹੀਂ, ਸਮਾਂ ਬਦਲ ਗਿਆ, ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰੇ ਇਕੱਠੇ ਰਹੀਏ। ਇਹ ਤਾਂ ਨਹੀਂ ਹੋਏਗਾ ਕਿ ਦੁਸ਼ਮਣ ਚਲਾ ਗਿਆ ਤੇ ਹੁਣ ਮਿਸਲਾਂ? ਦੁਸ਼ਮਣ ਹਾਲੇ ਗਿਆ ਨਹੀਂ, ਅਸੀਂ ਮੋਰਚਾ ਸਸਪੈਂਡ ਕੀਤਾ,
ਮੋਰਚਾ ਸਮਾਪਤ ਨਹੀਂ ਕੀਤਾ, ਕਿਉਂਕਿ ਬਹੁਤ ਵੱਡਾ ਮੁੱਦਾ ਹਾਲੇ MSP ਦਾ ਵਿਚਾਲੇ ਖੜਾ ਹੈ। ਇਹ ਏਡਾ ਵੱਡਾ ਮੁੱਦਾ ਹੈ, ਇਹਦੇ ਵਿੱਚ ਬਹੁਤ ਕੁਝ ਡਿਸਕਸ ਹੋਣਾ ਹੈ। ਏਡਾ ਇੱਕ ਦਿਨ ਵਿੱਚ ਹੱਲ ਹੋਣ ਵਾਲਾ ਮੁੱਦਾ ਨਹੀਂ। ਜਿਹੜੇ ਲੋਕ ਇਹ ਸਮਝਦੇ ਨੇ ਵੀ MSP ਪਤਾ ਨਹੀਂ 4 ਦਿਨ ਹੋਰ ਬਹਿ ਜਾਓ, 10 ਦਿਨ ਹੋਰ ਬਹਿ ਜਾਓ, ਮਹੀਨਾ ਹੋਰ ਬਹਿ ਜਾਓ, ਹੱਲ ਹੋ ਜੂ, ਇੱਦਾਂ ਹੱਲ ਹੋਣ ਵਾਲਾ ਨਹੀਂ। ਇਹਦੇ ਵਿੱਚ ਬਹੁਤ ਵੱਡੀ ਇੱਕ ਬਹਿਸ ਹੋਏਗੀ, ਸਾਰੇ ਸਮਾਜ 'ਚ ਬਹਿਸ ਹੋਏਗੀ। MSP ਤੇ ਉਹਦੀ ਟਰਮਸ ਆਫ ਰੈਫਰੈਂਸ ਕੀ ਹੋਣ, ਜਿਸ ਤਰ੍ਹਾਂ CACP ਦੀਆਂ ਨੇ, ਇਸੇ ਤਰ੍ਹਾਂ ਫਾਈਨੈਂਸਿਸ ਕਿੱਥੋਂ ਆਉਣਗੇ, ਸਾਰੀ ਜਦੋਂ ਅਸੀਂ ਕਹਿੰਦੇ ਖਰੀਦ ਹੋਵੇ, ਔਰ ਮਾਰਕੀਟਿੰਗ ਕਿਵੇਂ ਹੋਵੇਗੀ, ਇੰਪੋਰਟ ਐਕਸਪੋਰਟ ਕਿਵੇਂ ਪ੍ਰਭਾਵਿਤ ਹੋਏਗੀ, ਇਹ ਓਵਰਆਲ ਸਾਰਾ ਜਿੰਨਾ ਇਹ ਵਿਵਸਥਾ ਹੈ ਨਾ, ਇਹਦੇ ਤੇ ਬਹਿਸ ਹੋ ਕੇ ਉਹਦੇ ਵਿੱਚੋਂ ਕੁਝ ਨਿਕਲੇਗਾ। ਫਿਰ ਉਹਦੇ ਮੁਤਾਬਕ ਕਾਨੂੰਨ ਬਣੇਗਾ। ਜਿਹੜੀ ਸਾਡੀ ਮੰਗ ਹੈ ਉਹ ਇਹ ਹੈ ਭਈ ਕਾਨੂੰਨ ਇਦਾਂ ਦਾ ਹੋਣਾ ਚਾਹੀਦਾ, ਸਰਕਾਰ ਸਾਰੀਆਂ ਚੀਜ਼ਾਂ ਸਾਰੀਆਂ ਵਸਤਾਂ ਖਰੀਦੇ ਜਿਹੜੀਆਂ ਅਸੀਂ ਪੈਦਾ ਕਰਦੇ ਹਾਂ, ਔਰ ਉਹਦੇ ਵਿੱਚ ਕਾਨੂੰਨ ਬਣਾਓ ਵੀ ਜੇ ਕੋਈ ਪ੍ਰਾਈਵੇਟ ਵੀ ਖਰੀਦਦਾ ਹੈ MSP ਤੋਂ ਹੇਠਾਂ ਨਹੀਂ ਖਰੀਦੂ, ਜੇ ਹੇਠਾਂ ਖਰੀਦੂਗਾ ਤਾਂ ਇੱਕ ਆਫੈਂਸ ਹੋਊਗਾ। ਬਹੁਤ ਸਾਰੇ ਲੋਕ ਪੰਜਾਬ 'ਚ ਲਿਖ ਰਹੇ ਨੇ, ਅਖਬਾਰਾਂ 'ਚ ਲਿਖ ਰਹੇ ਨੇ, ਕਈ ਸੰਪਾਦਕਾਂ ਨੇ ਵੀ ਕਿਹਾ ਕਿ ਤੁਸੀਂ ਪੰਜਾਬ ਦੀ ਯੋਗ ਅਗਵਾਈ ਕਰ ਸਕਦੇ ਹੋ ਸਾਰੇ ਰਲ ਕੇ। ਦੇਖੋ, ਜਿਹੜੇ ਲੋਕ ਲਿਖਣ ਦਾ ਜਿਨ੍ਹਾਂ ਦਾ ਸੁਭਾਅ ਹੁੰਦਾ, ਬੁੱਧੀਜੀਵੀ ਹੁੰਦੇ ਨੇ, ਉਹ ਆਪਣੇ ਵਿਊਜ਼ ਲਿਖਦੇ ਨੇ, ਹਰ ਇੱਕ ਦੇ ਆਪਣੇ ਵਿਊਜ਼ ਨੇ। ਇਹਦਾ ਮਤਲਬ ਇਹ ਨਹੀਂ ਵੀ ਉਹ ਟਰਾਂਸਲੇਟ ਹੋ ਸਕਣ ਉਹਨਾਂ ਦੇ ਮੁਤਾਬਕ। ਅੱਜ ਅਸੀਂ ਚੀਕਾਂ ਮਾਰਦੇ ਹਾਂ, ਪਹਿਲਾਂ ਤਾਂ ਹਰਿਆਣੇ ਨਾਲ ਲੜਦੇ ਸੀ, SYL ਤੇ ਲੜਦੇ ਸੀ, ਪਹਿਲਾਂ ਪਾਣੀ ਦੀ ਵੰਡ ਤੇ ਲੜਦੇ ਸੀ, ਹੁਣ ਜਿਹੜਾ ਸਾਨੂੰ ਕੁਦਰਤ ਨੇ ਧਰਤੀ 'ਚ ਦਿੱਤਾ ਸੀ ਉਹ ਵੀ ਮੁਕਾ ਲਿਆ। ਹੁਣ ਚਿੰਤਾ ਹੋ ਰਹੀ ਹੈ ਕਿਤੇ ਪੰਜਾਬ ਬੰਜਰ ਨਾ ਹੋ ਜਾਏ। ਪਰ ਉਹ ਲੋਕ ਜਿਨ੍ਹਾਂ ਨੂੰ ਅਸੀਂ ਇੱਥੋਂ ਇੱਥੇ ਲਿਆ, ਮੈਂ ਇੱਕ ਦਿਨ ਕਿਸੇ ਕੋਈ ਮਹੀਨਾ 1.5 ਮਹੀਨਾ ਪਹਿਲਾਂ ਮੈਂ ਮੇਰੇ ਖਿਆਲ 'ਚ ਜਦੋਂ 11 ਮੀਟਿੰਗਾਂ ਹੋਈਆਂ, ਉਦੋਂ ਹੀ ਮੈਂ ਉਹਨਾਂ ਮੰਤਰੀਆਂ ਨੂੰ ਕਿਹਾ ਸੀ ਵੀ ਤੁਸੀਂ ਮੈਨੂੰ ਇਹ ਦੱਸਿਓ, ਹੁਣ ਪੰਜਾਬ ਨੂੰ ਭੁਆ ਕੇ ਥੱਲੇ ਸੁੱਟਣ ਲੱਗੇ ਹੋ, ਇਸੇ ਪੰਜਾਬ ਨੇ ਤਾਂ ਤੁਹਾਨੂੰ ਫੂਡ ਸਰਪਲਸ ਕੀਤਾ ਹੈ। ਅਸੀਂ ਚੌਲ ਖਾਣ ਵਾਲੇ ਲੋਕ ਥੋੜ੍ਹਾ। ਔਰ ਪੰਜਾਬ ਨੂੰ ਦੇਖ ਲਓ ਅੱਜ ਨਕਸ਼ੇ ਤੇ, ਸਾਰੇ ਸਟੇਟਾਂ 'ਚ ਜਿੱਥੇ ਪੰਜਾਬੀ ਚਲਿਆ ਗਿਆ ਉਹਨੇ ਖੇਤੀ ਕੀਤੀ, ਖੇਤੀ ਡਿਵੈਲਪ ਕੀਤੀ, ਉੱਥੇ ਦੇ ਲੋਕਾਂ ਨੂੰ ਉਹਨੇ ਖੇਤੀ ਕਰਨੀ ਸਿਖਾਤੀ। ਮੱਧ ਪ੍ਰਦੇਸ਼ 'ਚ ਸ਼ਿਵਪੁਰੀ 'ਚ ਸਾਡੇ ਲੋਕ ਜਾ ਕੇ ਬੈਠੇ, ਸ਼ਿਵਪੁਰੀ ਮਿਨੀ ਪੰਜਾਬ ਬਣ ਗਿਆ, ਉਹਨੇ ਸਾਰੇ ਮੱਧ ਪ੍ਰਦੇਸ਼ ਨੂੰ ਖੇਤੀ ਕਰਨੀ ਸਿਖਾਤੀ। UP ਦੇ ਵਿੱਚ ਦੇਖ ਲਓ ਤੁਸੀਂ, ਸਾਰਾ UP ਡਿਵੈਲਪ ਕੀਤਾ ਅਸੀਂ। ਹੁਣ ਉੱਥੇ ਗੱਲਾਂ ਕੁਝ ਕਰੀ ਜੋ ਸਾਡੇ ਖੰਡ ਬਾਜਪੁਰ ਸਾਡੇ ਕੋਲ ਇਹ ਲੋਕ ਜਿਹੜੇ ਸੀ UP ਦੇ, ਬਿਹਾਰ ਦੇ, ਸਾਡੇ ਕੋਲ ਲੇਬਰ ਕਰਨ ਹੁਣ ਵੀ ਆਉਂਦੇ ਨੇ, ਅੱਗੇ ਵੀ ਆਉਂਦੇ ਸੀਗੇ, ਪਰ ਜਦੋਂ ਅਸੀਂ ਖੇਤੀ ਸਿਖਾਤੀ ਹੁਣ ਇਹਨਾਂ ਨੂੰ ਗੱਲਾਂ ਆਉਣ ਲੱਗ ਪਈਆਂ। ਅਸੀਂ ਸਾਰੇ ਹਿੰਦੁਸਤਾਨ ਵਿੱਚ ਕਿਤੇ ਚਲੇ ਜਾਓ, ਪੰਜਾਬੀਆਂ ਦਾ ਫਾਰਮ ਅਲੱਗ ਹੀ ਦਿਸੂਗਾ। ਔਰ ਪੰਜਾਬੀਆਂ ਨੇ ਸਾਰੇ ਦੇਸ਼ ਨੂੰ ਖੇਤੀ ਕਰਨੀ ਸਿਖਾਤੀ, ਉਹਦੀ ਅੱਜ ਪੰਜਾਬੀ ਸਜ਼ਾ ਭੁਗਤ ਰਹੇ ਨੇ। ਪੰਜਾਬ ਇਗਨੋਰ ਹੋ ਰਿਹਾ ਹੈ। ਅਸੀਂ ਜੀ ਫੂਡ ਸਰਪਲਸ ਹੋ ਗਏ ਵੀ ਭੋਲੇ ਮਾਨਸੋ ਜੀ ਦਾ ਸਾਰਾ ਕੁਝ ਲੁੱਟ ਕੇ ਖਾ ਗਏ, ਜਿਹੜੀ ਉਹਦੀ ਇਕਨੋਮੀ ਦਾ ਆਧਾਰ ਸੀ, ਪਾਣੀ ਉਹ ਖਾ ਗਏ, ਥੋੜੀ ਜ਼ਮੀਨ ਦੀ। ਸਾਡੀ ਧਰਤੀ 'ਚ ਐਸਟਿਕ ਤੱਤ ਕਿਉਂ ਨੇ ਜੀ? ਅਸੀਂ ਦੇਸ਼ ਨੂੰ ਅੰਨ ਵੱਧ ਤੋਂ ਵੱਧ ਪੈਦਾ ਕਰਨ ਵਾਸਤੇ ਫਰਟੀਲਾਈਜ਼ਰ, ਪੈਸਟੀਸਾਈਡ, ਇਨਸੈਕਟੀਸਾਈਡ ਦੇ ਤੇਰੇ ਦੀ ਅਸੀਂ ਕਿਤੇ ਰੁਕੇ ਹੀ ਨਹੀਂ। ਤੇ ਪਰ ਉਹ ਜਿਨ੍ਹਾਂ ਖਾਤਰ ਅਸੀਂ ਇਹ ਕੀਤਾ, ਉਹ ਅੱਜ ਇਹ ਗੱਲ ਭੁੱਲ ਗਏ। ਤਾਂ ਸਾਡੀ ਪੰਜਾਬ ਦੀ ਤਰਾਸਦੀ ਅੱਜ ਇਹ ਹੈ ਬਈ ਇੱਕ ਤਾਂ ਪਰਿਵਾਰਕ ਵੰਡੀਆਂ ਪੈ ਕੇ ਜ਼ਮੀਨਾਂ ਦੇ ਟੁਕੜੇ ਛੋਟੇ ਰਹਿ ਗਏ। ਪੁਰਾਣੇ ਵੇਲਿਆਂ 'ਚ ਹੁੰਦਾ ਸੀ ਪਰਿਵਾਰ ਵਿੱਚ ਇੱਕ ਛੜਾ ਰੱਖ ਲੈਣਾ, 2 ਵਿਆਹ ਦੇਣੇ, ਉਹ ਫਿਰ ਜ਼ਮੀਨ ਦਾ ਜਿਹੜਾ ਯੂਨਿਟ ਸੀ ਬਹੁਤਾ ਟੁੱਟਣ ਦੇ ਚਾਂਸਸ ਘੱਟੇ ਹੁੰਦੇ ਸੀ। ਤੇ ਹੁਣ ਤਾਂ ਇਦਾਂ ਦੀ ਕੋਈ ਸਥਿਤੀ ਨਹੀਂ ਹੈ। ਹੁਣ ਤਾਂ ਕੁਦਰਤੀ ਇੱਕ ਹੈ ਸਭ ਦੇ, ਤੇ 2-2, 2.5 ਕਿੱਲੇ ਜ਼ਮੀਨ ਰਹਿ ਗਈ। ਉਹ ਵੀ ਕਿਸੇ ਦਾ ਖੇਤੀ ਵਿੱਚ ਰੁਚੀ ਨਹੀਂ ਹੈ। ਜਿਹੜੀ ਸਾਡੀ ਨਵੀਂ ਜਨਰੇਸ਼ਨ ਹੈ, ਉਹਨੂੰ ਮਾਪੇ ਕਹਿੰਦੇ ਨੇ ਵੀ ਇੱਥੇ ਕੁਝ ਨਹੀਂ ਹੈ, ਆਈਲੈਟਸ ਕਰ, ਬਾਹਰ ਨੂੰ ਭੱਜ ਜਾ। ਹੁਣ ਜਿਹੜਾ ਆਈਲੈਟਸ ਕਰਦਾ 7 ਪੈਣ ਲੈਂਦਾ, ਤੁਸੀਂ ਇਮੇਜਿਨ ਕਰੋ ਕਿੰਨਾ ਫਰਟਾਈਲ ਬ੍ਰੇਨ ਹੋਏਗਾ। ਤੁਹਾਡੀ ਬ੍ਰੇਨ ਡਰੇਨ ਹੋ ਰਹੀ ਹੈ। ਤੇ ਉਹ ਫਿਰ 2 ਕਿੱਲੇ ਜਿਹੜੇ ਬਾਪੂ ਦੇ ਕੋਲ ਨੇ, ਉਹ ਵੇਚ ਕੇ ਕਹਿੰਦਾ ਪੁੱਤ ਚੜ੍ਹ ਜਾ ਜਹਾਜ਼, ਕੈਨੇਡਾ ਨੂੰ ਤੁਰ ਜਾ, ਆਸਟ੍ਰੇਲੀਆ ਨੂੰ ਤੁਰ ਜਾ। ਉੱਥੇ ਪੁੱਤ ਕਿਵੇਂ ਰਹਿੰਦਾ ਹੈ? ਇਹ ਇੱਥੇ ਅਸੀਂ ਖੁਸ਼ ਹੋਈ ਜਾਂਦੇ ਹਾਂ। ਮੈਂ ਦੇਖਿਆ ਹੋਇਆ 10-10 ਬੱਚੇ ਇੱਕ ਕਮਰੇ 'ਚ ਤੂੜੇ ਹੋਏ ਨੇ, ਰਾਤ ਨੂੰ ਰਹਿੰਦੇ ਨੇ। ਕਈ ਵਾਰੀ ਸ਼ਿਫਟਾਂ ਵਿੱਚ ਵੀ ਮੈਂ ਦਿਨ ਵਿੱਚ ਕੰਮ ਕਰੂੰ, ਤੁਸੀਂ ਸੌਂ ਲਿਓ, ਮੈਂ ਰਾਤ ਨੂੰ ਆ ਜਾਊਂ, ਤੁਸੀਂ ਕੰਮ ਕਰ ਲਿਓ। ਤਾਂ ਇੱਦਾਂ ਇਹੋ ਜਿਹੇ ਹਾਲਾਤ ਵਿੱਚ ਰਹਿੰਦੇ ਨੇ। ਇਹਦੇ ਲਈ ਸਰਕਾਰਾਂ ਜ਼ਿੰਮੇਵਾਰ ਨੇ। ਔਰ ਇਸੇ ਕਰਕੇ ਰੁਚੀ ਸਾਡੇ ਬੱਚਿਆਂ ਦੀ ਖੇਤੀ 'ਚ, ਕਿਉਂਕਿ ਇਹਦੇ 'ਚ ਰਿਹਾ ਕੁਝ ਨਹੀਂ, ਖੇਤੀ 'ਚ ਕੁਝ ਰਿਹਾ ਨਹੀਂ। ਉਹਨਾਂ ਨੂੰ ਸਸਟੇਨੇਬਲ ਮਾਡਲ ਬਣਾਉਣ ਦੀ ਜਿਹੜੀ ਮੈਂ ਕਹਿ ਰਿਹਾ ਉਹ ਲੋੜ ਹੈਗੀ। ਦੂਸਰੀ ਮੈਂ ਇੱਕ ਗੱਲ ਕਹਿ ਰਿਹਾ, ਇੱਕ ਵਾਰ-ਵਾਰ ਫੋਨ ਰਾਜਲ ਸਾਹਿਬ ਸਾਨੂੰ ਵੀ ਆ ਰਹੇ ਲਖੀਮਪੁਰ ਵਾਲੇ ਕਿਸਾਨਾਂ ਦੇ। ਉਹਨਾਂ ਨੂੰ ਡਰ ਲੱਗਦਾ ਗਾ ਕਿ ਮੰਤਰੀ ਤਾਂ ਉਸੇ ਪੋਜੀਸ਼ਨ ਤੇ ਆ, ਹੁਣ ਸਾਨੂੰ ਕਿਤੇ ਅੰਦੋਲਨ ਖਤਮ ਹੋ ਗਿਆ, ਸਾਨੂੰ ਟਾਰਗੇਟ ਨਾ ਕਰਨ। ਜ਼ਰੂਰ ਉਹਨਾਂ ਬਾਰੇ 4 ਸ਼ਬਦ ਸਰਕਾਰ ਨੂੰ ਵੀ ਕੀ ਕਹਿਣਾ ਚਾਹੁੰਦੇ, ਔਰ ਉਹਨਾਂ ਨੂੰ ਵੀ ਹੌਸਲਾ ਦੇਣ ਦੀ ਲੋੜ ਆ। ਉਹਨਾਂ ਦੇ ਬਹੁਤ ਸਾਰੇ ਫੋਨ ਮੈਨੂੰ ਪਰਸਨਲੀ ਆਏ ਨੇ ਲਖੀਮਪੁਰ ਵਾਲਿਆਂ ਦੇ। ਮੈਂ ਬੇਨਤੀ ਕਰਾਂ, ਜਿਹੜੇ ਲੋਕ ਡਾਇਰੈਕਟਲੀ ਇਹਦੇ ਵਿੱਚ ਇਨਵੋਲਵ ਨੇ,
ਉਹਨਾਂ ਨੂੰ ਪੂਰੀ ਤਸੱਲੀ ਹੈ। ਇੱਧਰੋਂ ਉੱਧਰੋਂ ਲੋਕ ਚਿੰਤਾ ਜ਼ਾਹਰ ਕਰਦੇ ਨੇ ਜ਼ਰੂਰ। ਅਸਲੀਅਤ ਇਹ ਵੀ ਹੈ ਵੀ ਇਹਦੀ ਮੋਨੀਟਰਿੰਗ ਸੁਪਰੀਮ ਕੋਰਟ ਕਰ ਰਹੀ ਹੈ ਕੇਸ ਦੀ। 2 ਰਿਟਾਂ ਪਈਆਂ ਸੁਪਰੀਮ ਕੋਰਟ 'ਚ। ਅਸੀਂ ਨਹੀਂ ਚਾਹੁੰਦੇ ਸੁਪਰੀਮ ਕੋਰਟ ਦੇ ਉੱਤੇ ਦੀ ਕੋਈ ਕਦਮ ਚੁੱਕਿਆ ਜਾਏ, ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਅਸੀਂ ਉਹਨਾਂ ਨੂੰ ਢਿੱਲਾ ਛੱਡ ਦਾਂਗੇ। ਸਾਡੀ ਅਸੀਂ ਉੱਥੇ ਪੂਰਾ ਡਟ ਕੇ ਖੜਾਂਗੇ, ਸਾਰੇ ਖੜਾਂਗੇ। ਇਹਦੇ 'ਚ ਕੋਈ ਭੁਲੇਖਾ ਨਹੀਂ, ਕੋਈ ਦੋ ਰਾਇਆਂ ਨਹੀਂ। ਲਖੀਮਪੁਰ ਵਾਲੇ ਇਕੱਲੇ ਨਹੀਂ, ਨਾ ਅਸੀਂ ਉਹਨਾਂ ਨੂੰ ਇਕੱਲੇ ਕਦੇ ਛੱਡਾਂਗੇ। ਇਹ ਹਰ ਤਰ੍ਹਾਂ ਦੀ ਜੋ ਸਹਾਇਤਾ ਸਾਡਾ ਫਰਜ਼ ਬਣਦਾ ਹੈ, ਅਸੀਂ ਉਹ ਅਹਿਸਾਨ ਨਹੀਂ, ਸਾਡਾ ਫਰਜ਼ ਬਣਦਾ ਹੈ, ਅਸੀਂ ਉਹ ਕਰਾਂਗੇ, ਕਰ ਰਹੇ ਹਾਂ। ਇਸ ਕਰਕੇ ਉਹਨਾਂ ਨੂੰ ਚਿੰਤਾ, ਉਹਨਾਂ ਦੀ ਸਲਾਹ ਨਾਲ ਇਹ ਸਾਰਾ ਕੁਝ ਕੀਤਾ ਹੈ। ਉਹਨਾਂ ਨੇ ਕਿਹਾ ਵੀ ਅਸੀਂ ਆਪਣਾ ਸੰਭਾਲ ਲਾਂਗੇ। ਯੂਪੀ ਵਾਲੇ ਟਕੈਤ ਹੋਰਾਂ ਨੇ ਕਿਹਾ ਵੀ ਸਾਡਾ ਜ਼ਿੰਮਾ, ਤੁਸੀਂ ਚਿੰਤਾ ਨਾ ਕਰੋ, ਇਹਨੂੰ ਸੰਭਾਲਾਂਗੇ। ਜੇ ਕੋਈ ਮੰਨ ਲਓ ਐ ਹੁੰਦਾ ਆਮ ਤੌਰ ਤੇ ਅੰਦੋਲਨ ਖਤਮ ਹੋ ਗਿਆ, ਕੋਈ ਆਉਣ ਵਾਲੇ ਦਿਨਾਂ 'ਚ ਬਹੁਤ ਸਾਰਾ ਕੁਝ ਸਰਕਾਰ ਟਾਰਗੇਟ ਕਰ ਸਕਦੀ ਹੈ, ਕਿਸਾਨਾਂ ਨੂੰ, ਤੁਹਾਡੇ ਜ਼ਿਆਦਾ ਆੜ੍ਹਤੀਆਂ ਨੂੰ ਵੀ ਕਰ ਲਿਆ ਸੀ ਇੱਕ ਵਾਰ, ਬਹੁਤ ਸਾਰਾ ਕੁਝ ਪੰਜਾਬ 'ਚ ਹੋਇਆ ਸੀ। ਨੋਟਿਸ NIA ਦੇ ਨੋਟਿਸ ਆ ਗਏ ਸੀ, ਇਨਕਮ ਟੈਕਸ ਦੇ, ਕਿੰਨੇ ਬੰਦਿਆਂ ਨੂੰ ਆਪਾਂ ਨੂੰ ਪਤਾ ਕਿਸਾਨ ਅੰਦੋਲਨ ਦੀ ਜਿਹੜੀ ਮਦਦ ਕਰ ਰਹੇ ਸੀਗੇ। ਤਾਂ ਉਹਦੇ ਲਈ ਵੀ ਜਥੇਬੰਦੀਆਂ ਮੈਂਟਲੀ ਤਿਆਰ ਨੇ ਕਿ ਜੋ ਵੀ ਅਗਲੇ ਦਿਨਾਂ ਦੇ ਪ੍ਰੋਗਰਾਮ ਹੋਣਗੇ ਕੋਈ ਇਸ ਤਰ੍ਹਾਂ ਦੀ ਹੈ, ਉਹਦੀ ਗਵਾਹੀ ਦੇਣ ਨੂੰ ਤੁਸੀਂ ਤਿਆਰ ਹੋ? ਮੇਰਾ ਤਿਆਰ ਨਹੀਂ। ਅਸੀਂ ਜਿਹੜੇ ਕੇਸ ਵਾਪਸ ਕਰਾਉਣ ਨੂੰ ਕਿਹਾ, ਉਹਦੇ ਵਿੱਚ ਉਹਨਾਂ ਨੇ ਲਿਖਿਆ ਜਿਹੜੇ ਸਾਡੇ ਏਜੰਸੀਆਂ ਨੇ ਵੀ ਪਰਚੇ ਦਰਜ ਕੀਤੇ ਹੋਏ ਆ, ਕੇਂਦਰ ਸਰਕਾਰ ਦੇ ਕੀਤੇ ਹੋਏ, ਸਟੇਟ ਗਵਰਨਮੈਂਟ ਨੇ ਕੀਤੇ ਹੋਏ ਆ, ਕਿਸੇ ਤਰ੍ਹਾਂ ਦਾ ਵੀ ਹੈ, ਉਹ ਅਸੀਂ ਵਾਪਸ ਲਵਾਂਗੇ। ਅਸੀਂ 1 ਮਹੀਨਾ ਬਾਅਦ ਮੀਟਿੰਗ ਰੱਖੀ ਹੈ, ਇਹੀ ਦੇਖਣ ਵਾਸਤੇ ਵੀ ਸਰਕਾਰ ਦੀ ਪ੍ਰੋਗਰੈਸ ਕਿੰਨੀ ਕੁ ਹੈ, ਕਿੰਨੀ ਕੁ ਸਪੀਡ ਨਾਲ। ਕਿਉਂਕਿ ਹਰਿਆਣੇ ਵਿੱਚ 48,000 ਕਿਸਾਨਾਂ ਦੇ ਉੱਤੇ ਪਰਚੇ ਦਰਜ ਨੇ, ਉਹਦੇ ਵਿੱਚ ਅਸੀਂ ਵੀ ਹਾਂ। ਔਰ ਐਵੇਂ ਅੰਨੇਵਾਹ ਪਰਚੇ ਦਰਜ ਕਰੀ ਗਏ ਨੇ। ਦਿੱਲੀ 'ਚ ਕੀਤਾ, ਕੋਈ 124 ਦਾ ਹੀ ਕਰਤਾ ਪਰਚਾ ਦਰਜ, ਅਸੀਂ ਦੇਸ਼ ਧਰੋਹੀ ਹੋ ਗਏ। 307 ਦੇ ਪਰਚੇ ਦਰਜ ਨੇ, ਅਸੀਂ ਕਤਲ ਕਰਦੇ ਫਿਰਦੇ ਹਾਂ। ਤੋ ਇਸ ਤਰ੍ਹਾਂ ਦੇ ਅਸੀਂ ਸਾਰੇ ਇਨਵੋਲਵ ਹੋਏ ਨਹੀਂ, ਕੋਈ ਇਕੱਲਾ ਨਹੀਂ ਹੈ। ਸਾਡੇ ਤੇ ਪਰਚੇ ਨੇ, ਸਾਰੀ ਲੀਡਰਸ਼ਿਪ ਤੇ ਪਰਚੇ ਨੇ, ਇੱਕ ਨਹੀਂ ਕਈ ਪਰਚੇ ਨੇ। ਤੋ ਇਸ ਕਰਕੇ ਇਹ ਕੋਈ ਗੱਲ ਨਹੀਂ। ਅਸੀਂ 15 ਜਨਵਰੀ ਨੂੰ ਮੀਟਿੰਗ ਰੱਖੀ ਹੈ, ਉਦੋਂ ਦੇਖਾਂਗੇ ਸਰਕਾਰ ਦਾ ਇੰਪਲੀਮੈਂਟੇਸ਼ਨ ਦਾ ਕਿਸ ਤਰ੍ਹਾਂ ਦਾ ਰੁਝਾਨ ਹੈ ਔਰ ਫਿਊਚਰ ਕੋਰਸ ਆਫ ਐਕਸ਼ਨ ਕੀ ਹੋਵੇ। ਸਮਝੌਤਿਆਂ ਦਾ ਇਤਿਹਾਸ ਹੀ ਰਿਹਾ ਗਾ, ਆਪਾਂ ਦੇਖਦੇ ਹਾਂ ਕਈ ਵਾਰ ਫੁੱਲੀ ਇੰਪਲੀਮੈਂਟ ਨਹੀਂ ਕਰਦੇ। ਗੋਲਮੋਲ ਸਰਕਾਰਾਂ ਦਾ ਇਹ ਕੰਮ ਹੁੰਦਾ ਗਾ ਕਿ 80 ਕਰ ਦੋ, 70 ਕਰ ਦੋ। ਆਪਾਂ ਰਾਜੀਵ ਲੌਂਗੋਵਾਲ ਸਮਝੌਤੇ ਵੇਲੇ ਦੇਖਿਆ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਨੇ, ਪਾਰਲੀਮੈਂਟ 'ਚ ਹੋਈਆਂ ਚੀਜ਼ਾਂ ਤੋਂ ਮੁੱਕਰ ਗਏ। ਜੇ ਸਰਕਾਰ ਇੱਧਰ ਉੱਧਰ ਹੁੰਦੀ ਹੈਗੀ ਤਾਂ ਵੀ ਤੁਹਾਡੀ ਸਾਰੀ ਤਿਆਰੀ ਹੈ? ਸਾਡੀ ਤਿਆਰੀ ਹੈ, ਪਰ ਇੱਕ ਗੱਲ ਹੋਰ ਸਮਝੋ ਜਿਹੜੀ ਮੈਂ ਸਪਸ਼ਟ ਕਰਨਾ ਚਾਹੁੰਦਾ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਲੜਾਈ ਸ਼ੁਰੂ ਹੋਈ ਸੀ 3 ਕਾਨੂੰਨਾਂ ਤੋਂ। ਮੁੱਖ ਮੰਗ ਉਹ ਸੀ, ਉਹਦੀ ਇੰਪਲੀਮੈਂਟੇਸ਼ਨ ਟੋਟਲ ਹੋ ਚੁੱਕੀ, ਰੱਦ ਹੋ ਚੁੱਕੇ, ਰਾਸ਼ਟਰਪਤੀ ਨੇ ਦਸਤਖਤ ਕਰਤੇ, ਉਹ ਤਾਂ ਹੋ ਗਿਆ 100% ਸਕਸੈਸਫੁਲ। ਇਹ ਤੇ ਬਿਨਾਂ ਜਦੋਂ ਅਸੀਂ ਅੱਗੇ ਤੁਰੇ, ਫਿਰ MSP ਦੀ ਮੰਗ ਜੁੜ ਗਈ, ਫਿਰ ਡੀਜ਼ਲ ਦੀ ਕੀਮਤ ਦੀ ਵੀ ਮੰਗ ਜੁੜ ਗਈ, ਉਹਦੇ ਵਿੱਚ ਹੋਰ ਛੋਟੀਆਂ ਮੰਗਾਂ ਜਿਹੜੀਆਂ ਸੀ ਉਹ ਜੁੜਦੀਆਂ ਚਲੀਆਂ ਗਈਆਂ। ਉਹ ਸਾਰੀਆਂ ਮੰਗਾਂ ਲਈ ਅਸੀਂ ਹੁਣ ਵੀ ਇਹਨਾਂ ਨੂੰ ਸਾਰਾ ਜਿਹੜਾ ਚਾਰਟਰ ਸੀ ਪੇਸ਼ ਕੀਤਾ ਸੀ, ਉਹਦੇ ਤੇ ਫੈਸਲਾ ਕੀਤਾ। MSP ਤੇ ਇਹਨਾਂ ਨੇ ਕਮੇਟੀ ਬਣਾਉਣ ਦਾ ਕਿਹਾ। ਸਾਨੂੰ ਸ਼ੱਕ ਹੈ ਵੀ ਉਹ ਜਿਸ ਤਰ੍ਹਾਂ ਦੀ ਕਮੇਟੀ ਬਣਾਉਣ ਨੂੰ ਕਹਿੰਦੇ ਆ, ਉਹ ਕੋਈ ਬਹੁਤਾ ਕੁਝ ਸਾਰਥਕ ਰਿਜ਼ਲਟ ਨਹੀਂ ਦੇਗੀ। ਇਸ ਕਰਕੇ ਅਸੀਂ 15 ਜਨਵਰੀ ਦੀ ਜਿਹੜੀ ਮੀਟਿੰਗ ਰੱਖੀ ਹੈ, ਇਹਦੇ 'ਚ ਵੀ ਵਿਚਾਰ ਕਰਾਂਗੇ। ਅਸੀਂ ਅੰਦੋਲਨ ਨੂੰ ਮੈਂ ਜਿਹੜੀ ਪਹਿਲਾਂ ਗੱਲ ਕਹੀ ਹੈ, ਸਸਪੈਂਡ ਕੀਤਾ ਹੈ, ਅਸੀਂ ਵਾਪਸ ਨਹੀਂ ਲਿਆ। ਅਸੀਂ ਨਿਗਾਹ ਰੱਖਾਂਗੇ, ਜੇ ਸਰਕਾਰ ਇੱਧਰ ਉੱਧਰ ਜਾਏਗੀ ਫਿਰ ਅੰਦੋਲਨ ਨੂੰ ਨਵੇਂ ਸਿਰੇ ਫਿਰ ਭਖਾ ਲਾਂਗੇ, ਤੇਜ਼ ਕਰਾਂਗੇ। ਡੱਲੇਵਾਲ ਸਾਹਿਬ ਨੂੰ ਮਨਾ ਲਿਆ? ਸਾਰੇ ਮੰਨੇ ਹੋਏ ਨੇ, ਮੰਨ ਕੇ। ਮੈਂ ਕਿਹਾ ਉਹ ਕਹਿੰਦੇ ਸੀ ਨਾ ਉਹਨਾਂ ਦੀ ਲਾਈਨ ਡਿਫਰੈਂਟ ਲਾਈਨ ਟੋ ਕਰ ਰਹੇ ਸੀ ਉਹ। ਦੇਖੋ, ਪ੍ਰੈਜੈਂਟੇਸ਼ਨ ਔਰ ਕੇਸ ਦੀ ਪ੍ਰੈਜੈਂਟੇਸ਼ਨ ਔਰ ਕੇਸ ਨੂੰ ਸਮਝਣਾ ਤੋਂ ਵੱਖ-ਵੱਖ ਗੱਲਾਂ ਨੇ। ਉਹਨਾਂ 'ਚ ਕਈ ਹੋ ਸਕਦਾ ਕੋਈ ਭੁਲੇਖੇ ਹੋਣ ਮਨ ਦੇ ਵਿੱਚ। ਇਹ ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਵੀ MSP ਦਾ ਮੁੱਦਾ ਬਹੁਤ ਵੱਡਾ ਮੁੱਦਾ ਹੈ। ਇਹ ਐਵੇਂ ਹਵਾ 'ਚ ਕਹਿ ਦੇਣਾ MSP ਦਿਸ ਇਜ਼ ਨਾਟ ਐਨਫ। MSP ਨੂੰ ਪੜ੍ਹੋ, MSP ਦਾ ਕਿਸ ਪਾਸੇ ਕਿਹੜੇ ਖੇਤਰ ਤੇ ਕੀ ਪ੍ਰਭਾਵ ਪੈਣਾ। ਹੁਣ ਤਾਂ CSEP ਦੀ ਟਰਮਸ ਆਫ ਰੈਫਰੈਂਸ ਇੰਡਸਟਰੀ ਦਾ ਵੀ ਪਾਇਆ ਹੋਇਆ। ਇੰਡਸਟਰੀ ਦੀ ਕਾਸਟ ਸਟਰਕਚਰ ਤੇ ਪ੍ਰਭਾਵ ਨਾ ਪਵੇ ਜੀ, ਇਸ ਕਰਕੇ ਇਹਨਾਂ ਨੂੰ ਭਾਅ ਨਹੀਂ ਵੱਧ ਦੇਣਾ। ਤੋ ਕਾਸਟ ਆਫ ਲਿਵਿੰਗ ਤੇ ਨਾ ਪ੍ਰਭਾਵ ਪਵੇ ਜੀ, ਇੱਦਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ। ਤੋ ਇਹ ਬਹੁਤ ਵੱਡਾ ਵਿਸ਼ਾ ਹੈ। ਮੈਂ ਸਾਰਿਆਂ ਨੂੰ ਸਲਾਹ ਦਊਂਗਾ ਵੀ ਇਹਨੂੰ ਪੜ੍ਹੋ। ਜਿਵੇਂ ਕਾਸਟ ਐਂਡ ਪ੍ਰਾਈਸ ਕਮਿਸ਼ਨ ਜਿਹੜਾ ਹੁੰਦਾ, ਮੈਂ ਇੱਕ ਲਾਸਟ ਸਵਾਲ ਬਸ, ਇਹਦੇ 'ਚ ਇਹ ਨਹੀਂ ਹੋ ਸਕਦਾਗਾ ਕਿ ਤੁਸੀਂ ਮੰਗ ਕਰੋ ਕਿ ਇਹ ਜਦੋਂ ਤੁਸੀਂ ਤੈਅ ਕਰਦੇ ਇਹਦੇ 'ਚ ਵੀ ਕਿਸਾਨ ਆਗੂ ਬਿਠਾਉਣੇ ਸ਼ੁਰੂ ਕਰੋ, ਤਾਂ ਕਿ ਸਾਡੀ ਵੀ ਤਾਂ ਕੋਈ ਗੱਲ, ਸਾਨੂੰ ਵੀ ਤਾਂ ਪਤਾ ਲੱਗੇ ਕੀ ਹੋ ਰਿਹਾ। ਸਾਡਾ ਤੁਸੀਂ ਮੁੱਲ ਤੈਅ ਕਰ ਰਹੇ ਹੋ ਸਾਡੀਆਂ ਫਸਲਾਂ ਦਾ, ਔਰ ਸਾਡਾ ਬੰਦਾ ਹੀ ਨਹੀਂ ਹੁੰਦਾ ਵਿੱਚ, ਕੋਈ ਸਾਡੀ ਧੇਰੀ ਨਹੀਂ ਹੁੰਦੀ। ਇਹ ਫਿਰ ਤੁਸੀਂ ਵੱਡਾ ਸਵਾਲ ਕੀਤਾ, ਉਹਦੇ ਪ੍ਰੋਸੈਸ ਨੂੰ ਸਮਝੋ। ਇਹਦੇ ਵਿੱਚ ਸਾਡੇ ਸਰਕਾਰਾਂ ਤਾਂ ਦੋਸ਼ੀ ਹੈਗੀਆਂ ਹੀ ਨੇ, ਸਾਡੀਆਂ ਐਗਰੀਕਲਚਰ ਯੂਨੀਵਰਸਿਟੀਜ਼ ਤੇ ਐਗਰੀਕਲਚਰ ਡਿਪਾਰਟਮੈਂਟ ਵੀ ਦੋਸ਼ੀ ਨੇ।
ਕੇਂਦਰ ਸਰਕਾਰ ਇਨੂਮਰੇਟਰਸ ਭਰਤੀ ਕਰਨ ਵਾਸਤੇ ਹਰ ਸਾਲ ਪੈਸਾ ਦਿੰਦੀ ਹੈ ਜਦੋਂ ਕਿਸੇ ਫਸਲ ਦੀ ਜਿਹੜੀ ਹੈ ਕਾਸਟ ਕੈਲਕੂਲੇਸ਼ਨਸ ਕਰਨੀ ਹੁੰਦੀ ਹੈ। ਉਹ ਜਿਹੜਾ ਇਨੂਮਰੇਟਰ ਹੈ ਉਹਨੇ ਐਟ ਰੈਂਡਮ ਜਿਹੜਾ ਉਹਨਾਂ ਨੂੰ ਦੇ ਦਿੱਤਾ ਜਾਂਦਾ, ਆਹ ਬਲਾਕ ਆ ਪਿੰਡ, ਇਹਦੇ ਵਿੱਚੋਂ ਆ ਕਿਸਾਨ, ਇਹਦੀ ਟੋਟਲ ਕਾਸਟ ਐਕਚੁਅਲ ਕਾਸਟ ਵਰਕਆਊਟ ਕਰਨ ਵਾਸਤੇ ਇਨੂਮਰੇਟਰ ਨੂੰ ਉੱਥੇ ਰਹਿਣਾ ਪੈਣਾ। ਕੋਈ ਰਹਿੰਦਾ? ਕੋਈ ਨਹੀਂ ਰਹਿੰਦਾ। ਔਰ ਉਹ ਜਦੋਂ ਰਿਪੋਰਟ ਭੇਜਣੀ ਹੁੰਦੀ ਹੈ 10 ਦਿਨ ਪਹਿਲਾਂ ਇਕੱਠੇ ਹੁੰਦੇ ਨੇ, ਉਹ ਪਿਛਲੇ ਅੰਕੜੇ ਚੱਕਦੇ ਨੇ, ਉਹਦੇ ਥੋੜ੍ਹੇ ਜਿਹੇ ਵਧਾ ਕੇ, ਨਹੀਂ ਉਹਦੀ ਡਿਊਟੀ ਹੁੰਦੀ ਹੈ ਵੀ ਉੱਤੇ ਇਹ ਅੱਜ ਉਹ ਲਿਖੇ ਹੋ ਵੀ ਅੱਜ ਇਹਨੇ ਖਾਦ ਪਾਈ ਇੰਨੀ ਕਾਸਟ ਹੈ, ਅੱਜ ਇਹਨੇ ਪਾਣੀ ਲਾਇਆ ਇਹਦੀ ਲੇਬਰ ਕਾਸਟ ਇੰਨੀ ਹੈ। ਹਰ ਸਟੈਪ ਤੇ ਉਹ ਲਿਖੇ, ਉੱਥੇ ਰਹੇ, ਪਰ ਕੋਈ ਨਹੀਂ ਰਹਿੰਦਾ। ਹਫਤਾ 10 ਦਿਨ ਪਹਿਲਾਂ ਇਕੱਠੇ ਹੁੰਦੇ ਨੇ, ਪਿਛਲੀ ਕਾਸਟ ਚੱਕਦੇ ਨੇ, ਉਹਦੇ ਵਿੱਚ ਥੋੜਾ ਜਿਹਾ ਐਡ ਕਰਕੇ ਰਿਪੋਰਟ ਭੇਜ ਦਿੰਦੇ ਨੇ। ਇਦਾਂ ਇਹ ਬਹੁਤ ਵੱਡਾ ਇਟਸ ਵਾਸਟ ਇਸ਼ੂ। ਇਹਦੇ ਤੇ ਜਿਹੜੀ ਹੈ ਨਾ ਗੱਲ ਹੁੰਦੀ ਰਹੂਗੀ। ਬਹੁਤ ਵੱਡਾ ਲੰਬਾ ਚੌੜਾ ਇਸ਼ੂ ਹੈ। ਧੰਨਵਾਦ ਰਾਜੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਇਹ ਸਨ ਬਲਵੀਰ ਸਿੰਘ ਰਾਜੇਵਾਲ, ਜਿਨ੍ਹਾਂ ਨੇ ਕਿਹਾ ਤਿਆਰੀਆਂ ਨੇ ਸਾਡੀਆਂ ਪੰਜਾਬ ਦੇ ਉਹ ਪ੍ਰੋਗਰਾਮਾਂ ਦੀਆਂ। ਹਰਿਮੰਦਰ ਸਾਹਿਬ ਵੀ ਜਾਣਾ, 15 ਦੀ ਮੀਟਿੰਗ ਵੀ ਹੈ, CM ਚੰਨੀ ਨਾਲ ਵੀ ਮੀਟਿੰਗ ਹੈ 17 ਤਰੀਕ ਨੂੰ। ਔਰ ਇਸ ਤੋਂ ਇਲਾਵਾ ਜਿੰਨੇ ਵੀ ਮਸਲੇ ਹੋਣਗੇ ਪੰਜਾਬ ਦੇ, ਉਹ ਲਗਾਤਾਰ ਉਠਾਉਂਦੇ ਰਹਿਣਗੇ ਔਰ ਕਿਸਾਨਾਂ ਦੇ ਨਾਲ ਜੁੜੇ ਹੋਏ ਮਸਲਿਆਂ ਨੂੰ ਵੀ ਲਗਾਤਾਰ ਪਹਿਲ ਦੇਣਗੇ।